ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸਾਰੰਗ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 22 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 23 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1246 ਤੇ ਅੰਕਿਤ ਹੈ। ਸ਼ਲੋਕ ਮਹਿਲਾ ਚੌਥਾ। ਸਤਿਗੁਰ ਸੇਵਨ ਸੇ ਵਡਭਾਗੀ, ਸੱਚੇ ਸ਼ਬਦ ਜਿਨਾ ਏਕ ਲਿਵ ਲਾਗੀ। ਗੁਰੂ ਜੀ ਬਚਨ ਕਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਨੇ ਜੋ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ। ਸਤਿਗੁਰ ਸੇਵਨ ਦਾ ਮਤਲਬ ਜੋ ਗੁਰੂ ਨੂੰ ਸੇਵਦੇ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਉਹ ਇਨਸਾਨ ਵੱਡੇ ਭਾਗਾਂ ਵਾਲੇ ਨੇ, ਉਹ ਖੁਸ਼ਕਿਸਮਤ ਨੇ, ਉਹਨਾਂ ਦਾ ਜੀਵਨ ਮੁਬਾਰਕ ਹੈ। ਸੱਚੇ ਸ਼ਬਦ ਜਿਨਾ ਏਕ ਲਿਵ ਲਾਗੀ, ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਇੱਕ ਪ੍ਰਭੂ ਦੇ ਅੰਦਰ ਸੁਰਤ ਲੱਗੀ ਰਹਿੰਦੀ ਹੈ, ਲਗਨ ਲੱਗੀ ਰਹਿੰਦੀ ਹੈ, ਇੱਕ ਦੇ ਵਿੱਚ ਲਗਨ ਲੱਗੀ ਹੈ, ਇੱਕ ਦੇ ਨਾਲ ਲਗਨ ਲੱਗੀ ਹੈ। ਮਤਲਬ ਜਿਹੜੇ ਮਨ ਬਚਨ ਕਰਮ ਕਰਕੇ ਇੱਕ ਨੇ, ਜੋ ਇੱਕ ਰੱਬੀ ਰਜਾ ਦੇ ਅੰਦਰ ਤੁਰਦੇ ਨੇ ਔਰ ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਸੱਚੇ ਸ਼ਬਦ ਦੀ ਰਾਹੀਂ, ਗੁਰੂ ਦੇ ਸੱਚੇ ਉਪਦੇਸ਼ ਰਾਹੀਂ ਜਿਨ੍ਹਾਂ ਦੀ ਇੱਕ ਦੇ ਨਾਲ ਲਗਨ ਲੱਗ ਗਈ ਹੈ, ਇੱਕ ਦੇ ਗੁਣਾਂ ਨਾਲ ਲਗਨ ਲੱਗ ਗਈ ਹੈ, ਇੱਕ ਦੇ ਹੁਕਮ ਵਿੱਚ ਤੁਰਨ ਦੀ ਲਗਨ ਪੈਦਾ ਹੋ ਗਈ ਹੈ, ਉਹ ਵਡਭਾਗੀ ਨੇ। ਗ੍ਰਹਿ ਕੁਟੰਬ ਮਹਿ ਸਹਿਜ ਸਮਾਧੀ। ਗ੍ਰਹਿ ਦਾ ਮਤਲਬ ਗ੍ਰਸਤ, ਸਹਿਜ ਦਾ ਮਤਲਬ ਸਹਿਜ ਵਿੱਚ, ਅਡੋਲ ਅਵਸਥਾ ਵਿੱਚ, ਤੇ ਸਮਾਧੀ ਦਾ ਮਤਲਬ ਉਹ ਟਿਕੇ ਰਹਿੰਦੇ ਨੇ। ਜਿਨ੍ਹਾਂ ਦੀ ਇੱਕ ਦੇ ਨਾਲ ਲਗਨ ਲੱਗ ਗਈ ਹੈ ਗੁਰੂ ਸ਼ਬਦ ਰਾਹੀਂ, ਜੋ ਗ੍ਰਸਤ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਨੇ। ਇੱਥੇ ਸਮਾਧੀ ਦਾ ਮਤਲਬ ਅੱਖਾਂ ਬੰਦ ਕਰਕੇ ਸਮਾਧੀ ਲਾਣੀ ਨਹੀਂ ਹੈ, ਟਿਕੇ ਰਹਿਣਾ, ਯਾਨੀ ਗ੍ਰਸਤ ਦੇ ਅੰਦਰ ਰਹਿ ਕੇ ਸ਼ੁਭ ਗੁਣਾਂ ਦੇ ਨਾਲ ਜੁੜੇ ਰਹਿਣਾ, ਸੱਚ ਦੇ ਨਾਲ ਜੁੜੇ ਰਹਿਣਾ। ਉਹ ਸੰਸਾਰ ਨੂੰ ਤਿਆਗ ਨਹੀਂ ਦਿੰਦੇ, ਉਹ ਸੰਸਾਰ ਨੂੰ ਛੱਡ ਕੇ, ਗ੍ਰਸਤ ਨੂੰ ਛੱਡ ਕੇ ਦੌੜਦੇ ਨਹੀਂ ਹਨ, ਸਗੋਂ ਗ੍ਰਸਤ ਦੇ ਅੰਦਰ ਰਹਿੰਦਿਆਂ ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਆਤਮਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਬਣੇ ਰਹਿੰਦੇ ਨੇ। ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ। ਬੈਰਾਗੀ ਦਾ ਮਤਲਬ ਹੈ ਵਿਰਕਤ, ਵੈਰਾਗਵਾਨ। ਆਮ ਦੁਨੀਆ ਦੇ ਅੰਦਰ ਜੋ ਵੈਰਾਗਵਾਨ ਨੇ, ਉਹ ਸੰਸਾਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਚਲੇ ਜਾਂਦੇ, ਸੰਨਿਆਸੀ ਬਾਬੇ ਬਣ ਜਾਂਦੇ ਨੇ। ਪਰ ਗੁਰਮਤਿ ਨੇ ਇਸ ਵੈਰਾਗ ਨੂੰ ਪ੍ਰਵਾਨ ਨਹੀਂ ਕੀਤਾ। ਇਹ ਕੋਈ ਵੈਰਾਗ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਨਾਮ ਰੱਤੇ ਦਾ ਮਤਲਬ ਜੋ ਰੱਬ ਦੇ ਹੁਕਮ ਵਿੱਚ ਰੰਗੇ ਗਏ ਨੇ। ਨਾਮ ਦਾ ਮਤਲਬ ਹੁਕਮ, ਪ੍ਰਭੂ ਦੀ ਸਿਫਤ ਸਲਾਹ, ਜੋ ਪ੍ਰਭੂ ਦੇ ਹੁਕਮ ਦੇ ਅੰਦਰ ਰੰਗੇ ਹੋਏ ਨੇ, ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਹੁਕਮ ਅੰਦਰ ਚੱਲਣ ਦੀ ਤਾਂਘ ਹੈ, ਜੋ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਰੰਗੇ ਹੋਏ ਨੇ, ਅਸਲ ਦੇ ਅੰਦਰ ਉਹ ਸੱਚੇ ਵਿਰਕਤ ਨੇ, ਉਹ ਸੱਚੇ ਤਿਆਗੀ ਨੇ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਰਹਿੰਦਿਆਂ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦਿਆਂ ਸੱਚ ਨੂੰ ਜ਼ਿੰਦਗੀ ਦਾ ਆਧਾਰ ਬਣਾਇਆ ਹੈ ਔਰ ਸ਼ੁਭ ਗੁਣਾਂ ਦੇ ਨਾਲ ਹਮੇਸ਼ਾ ਜੁੜੇ ਹੋਏ ਨੇ। ਮਹਿਲਾ ਚੌਥਾ। ਗਣਤੈ ਸੇਵ ਨਾ ਹੋਵਈ, ਕੀਤਾ ਥਾਏ ਨਾ ਪਾਏ। ਗਣਤੈ ਦਾ ਮਤਲਬ ਲੇਖਾ ਕੀਤਿਆਂ, ਗਿਣਨ ਦੇ ਨਾਲ, ਲੇਖਾ ਜੋਖਾ ਕਰਕੇ। ਸੇਵ ਨਾ ਹੋਵਈ ਦਾ ਮਤਲਬ ਸੇਵਾ ਨਹੀਂ ਹੁੰਦੀ। ਥਾਏ ਨਾ ਪਾਏ ਦਾ ਮਤਲਬ ਬੰਦਾ ਕਬੂਲ ਨਹੀਂ ਪੈਂਦਾ। ਜੇ ਬੰਦਾ ਗਿਣਤੀ ਮਿਣਤੀ ਕਰੇ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਲੇਖਾ ਜੋਖਾ ਕੀਤਿਆਂ ਸੇਵਾ ਨਹੀਂ ਹੋ ਸਕਦੀ। ਇਸ ਤਰ੍ਹਾਂ ਕੀਤਾ ਹੋਇਆ ਕੋਈ ਵੀ ਕੰਮ ਸਫਲ ਨਹੀਂ ਹੁੰਦਾ, ਰੱਬੀ ਦਰ ਤੇ ਪ੍ਰਵਾਨ ਨਹੀਂ ਹੁੰਦਾ ਗਿਣਤੀ ਮਿਣਤੀ ਕਰਕੇ। ਜਿਵੇਂ ਕਿ ਮੈਂ ਇਹ ਕੰਮ ਕੀਤਾ, ਅੱਜ ਮੈਂ ਜਪਜੀ ਸਾਹਿਬ ਦੇ 5 ਪਾਠ ਕਰ ਲਏ, ਅੱਜ ਮੈਂ ਇੰਨੀ ਵਾਰੀ ਮੂਲ ਮੰਤਰ ਦਾ ਪਾਠ ਕਰ ਲਿਆ, ਜਾਂ ਇੰਨੀ ਵਾਰੀ ਕੋਈ ਕਹੇ ਕਿ ਮੈਂ ਫਲਾ ਮੰਤਰ ਜਪ ਲਿਆ, ਲੇਖਾ ਜੋਖਾ ਕਰੇ ਲੇਕਿਨ ਰੱਬੀ ਰਜ਼ਾ ਦੇ ਵਿੱਚ ਨਾ ਤੁਰੇ, ਤਾਂ ਗੁਰੂ ਜੀ ਕਹਿੰਦੇ ਨੇ ਇਹ ਸੇਵਾ ਥਾਏ ਨਹੀਂ ਪੈਂਦੀ ਹੈ, ਲੇਖੇ ਜੋਖੇ ਦੇ ਨਾਲ ਥਾਏ ਨਹੀਂ ਪੈਂਦੀ ਹੈ। ਅਸਲ ਦੇ ਅੰਦਰ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਇੱਕੋ ਇੱਕ ਸਾਧਨ ਹੈ। ਗਣਤੈ ਸੇਵ ਨਾ ਹੋਵਈ, ਕੀਤਾ ਥਾਏ ਨਾ ਪਾਏ। ਜੇ ਇਹ ਆਖੀਏ ਕਿ ਫਲਾਂ ਕੰਮ ਮੈਂ ਕੀਤਾ, ਇੰਨਾ ਕਰ ਲਿਆ, ਇਹ ਕਰ ਲਿਆ, ਇੰਨੇ ਪਾਠ ਕਰ ਲਏ, ਇੰਨੇ ਤੀਰਥਾਂ ਤੇ ਨਹਾ ਲਿਆ,
ਤਾਂ ਗੁਰੂ ਜੀ ਕਹਿੰਦੇ ਕੋਈ ਸੇਵਾ ਨਹੀਂ ਹੈ, ਐਵੇਂ ਥਾਏ ਨਹੀਂ ਪੈਂਦੀ, ਕੋਈ ਲੇਖੇ ਨਹੀਂ ਲੱਗਦਾ। ਸਗੋਂ ਸ਼ਬਦੈ ਸਾਧ ਨਾ ਆਇਓ, ਸੱਚ ਨਾ ਲੱਗੋ ਭਾਓ। ਸਾਧ ਦਾ ਮਤਲਬ ਸਵਾਦ, ਰਸ, ਆਨੰਦ। ਸੱਚ ਦਾ ਮਤਲਬ ਸੱਚ ਵਿੱਚ, ਭਾਵ ਦਾ ਮਤਲਬ ਪਿਆਰ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਇਆ, ਮਤਲਬ ਦੱਸੀ ਤੇ ਜਾ ਰਿਹਾ ਕਿ ਮੈਂ ਇਹ ਕੰਮ ਕੀਤਾ, ਇਹ ਪਾਠ ਇੰਨੀ ਵਾਰੀ ਕੀਤਾ ਜਾਂ ਇੰਨੀ ਵਾਰੀ ਜਾਪ ਜਪਿਆ, ਲੇਕਿਨ ਸ਼ਬਦ ਦਾ ਆਨੰਦ ਨਹੀਂ ਮਾਣਿਆ। ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰਧਾਰਾ, ਉਹਦੇ ਤੇ ਅਮਲ ਨਹੀਂ ਕੀਤਾ। ਔਰ ਅਮਲ ਨਹੀਂ ਕੀਤਾ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਨੂੰ ਨਿਰੇ ਕਹਿਣ ਕਮਾਨ ਦਾ ਲਾਭ ਨਹੀਂ ਹੈ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਮਾਣਿਆ, ਜਿਹਦਾ ਸੱਚ ਦੇ ਅੰਦਰ ਪਿਆਰ ਨਹੀਂ ਬਣਿਆ, ਮਨ ਬਚਨ ਕਰਮ ਕਰਕੇ ਸੱਚ ਨਾਲ ਪਿਆਰ ਨਹੀਂ ਕਰਦਾ, ਮਨ ਬਚਨ ਕਰਮ ਕਰਕੇ ਗੁਰੂ ਦੀ ਪਾਵਨ ਬਾਣੀ ਤੇ ਅਮਲ ਨਹੀਂ ਕਰਦਾ ਤੇ ਗਿਣਤੀਆਂ ਮਿੰਨਤੀਆਂ ਕਰ ਰਿਹਾ ਹੈ, ਸਤਿਗੁਰ ਪਿਆਰਾ ਨਾ ਲੱਗਈ, ਮਨ ਹੱਠ ਆਵੇ ਜਾਏ। ਹੱਠ ਦਾ ਮਤਲਬ ਹੱਠ ਦੇ ਨਾਲ, ਜਿਹਨੂੰ ਗੁਰੂ ਪਿਆਰਾ ਨਹੀਂ ਲੱਗਦਾ, ਮਤਲਬ ਜੋ ਗੁਰੂ ਦੀ ਵਿਚਾਰਧਾਰਾ ਦੇ ਨਾਲ ਪਿਆਰ ਨਹੀਂ ਕਰਦਾ, ਮਤਲਬ ਕਿ ਬਾਣੀ ਤੇ ਅਮਲ ਨਹੀਂ ਕਰਦਾ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜਿੰਦਾ, ਪਰ ਗੁਰੂ ਦੇ ਦਰ ਤੇ ਆਉਂਦਾ ਜਾਂਦਾ ਹੈ, ਮਨ ਦੇ ਹੱਥ ਨਾਲ ਆਉਂਦਾ ਜਾਂਦਾ ਹੈ, ਮੱਥਾ ਟੇਕਣ ਆਉਂਦਾ ਹੈ, ਮੱਥਾ ਟੇਕ ਕੇ ਜਾਂਦਾ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਗੁਰੂ ਦਰ ਤੇ ਜਾਣ ਦਾ ਉਹਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਸਤਿਗੁਰ ਦੇ ਨਾਲ ਪਿਆਰ ਨਹੀਂ, ਗੁਰੂ ਦੇ ਸਿਧਾਂਤਾਂ ਨਾਲ ਪਿਆਰ ਨਹੀਂ, ਬਾਣੀ ਤੇ ਅਮਲ ਕਰਦਾ ਨਹੀਂ, ਅਮਲੀ ਜ਼ਿੰਦਗੀ ਜੀ ਨਹੀਂ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਸਿਰਫ ਉਹ ਮਨ ਦੇ ਹੱਥ ਨਾਲ ਆ ਰਿਹਾ ਹੈ ਔਰ ਜਾ ਰਿਹਾ ਹੈ। ਕਿਉਂ? ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਿਛਾਹਾਂ ਜਾਏ। ਵਿਖ ਦਾ ਮਤਲਬ ਹੁੰਦਾ ਹੈ ਕਦਮ। ਇੱਕ ਵਿਖ ਅਗਾਹਾਂ ਭਰੇ, ਜੇ ਉਹ ਇੱਕ ਕਦਮ ਅੱਗੇ ਨੂੰ ਪੁੱਟਦਾ ਹੈ, ਯਾਨੀ ਗੁਰਦੁਆਰੇ ਜਾਂ ਮੱਥਾ ਟੇਕਣ ਜਾਂਦਾ ਹੈ, ਕੋਈ ਇੱਕ ਛੋਟਾ ਮੋਟਾ ਕੰਮ ਕਰਦਾ ਚੰਗਾ, ਥੋੜਾ ਪਾਠ ਕਰ ਲਿਆ ਜਾਂ ਮੱਥਾ ਟੇਕ ਲਿਆ, ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਿਛਾਹਾਂ ਜਾਏ ਤੇ 10 ਕਦਮ ਪਿੱਛੇ ਨੂੰ ਚਲਾ ਜਾਂਦਾ ਹੈ। ਝੂਠ ਬੋਲ ਲਿਆ, ਕਿਸੇ ਦਾ ਹੱਕ ਖਾ ਗਿਆ, ਕਿਸੇ ਔਰਤ ਵੱਲ ਮਾੜਾ ਤੱਕ ਲਿਆ ਜਾਂ ਹੋਰ ਐਸੇ ਕਰਮ ਕਰ ਲਏ ਤਾਂ 10 ਕਦਮ ਪਿੱਛੇ ਚਲਾ ਗਿਆ ਨਾ। ਇੱਕ ਕਦਮ ਅਗਾਂਹ ਨੂੰ ਪੁੱਟਿਆ ਮੱਥਾ ਟੇਕਣ ਤੱਕ, ਲੇਕਿਨ ਜਦੋਂ ਅਮਲ ਕਰਨਾ ਹੈ ਉਦੋਂ 10 ਕਦਮ ਪਿੱਛੇ ਜਾ ਪਿਆ, ਉਹਨੂੰ ਲਾਭ ਨਹੀਂ ਆ ਰਿਹਾ, ਉਹ ਪ੍ਰਵਾਨ ਨਹੀਂ ਹੋਵੇਗਾ। ਤਾਂ ਗੁਰੂ ਜੀ ਤੋਂ ਪੁੱਛੀ ਵੀ ਪਾਤਸ਼ਾਹ, ਜੋ ਸਤਿਗੁਰ ਦੀ ਸੇਵਾ ਹੈ ਉਹ ਵਾਸਤਵ ਦੇ ਵਿੱਚ ਕੀ ਹੈ, ਕਿਵੇਂ ਕਰੀਏ, ਕਿਵੇਂ ਜ਼ਿੰਦਗੀ ਜੀਵੀਏ? ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲਹਿ ਸਤਿਗੁਰ ਭਾਏ। ਜੇ ਮਨੁੱਖ ਸਤਿਗੁਰ ਦੇ ਭਾਣੇ ਵਿੱਚ ਤੁਰਨ, ਭਾਏ ਦਾ ਮਤਲਬ ਭਾਣਾ, ਪਿਆਰ, ਰਜ਼ਾ, ਗੁਰੂ ਦੇ ਦੱਸੇ ਰਾਹ ਤੇ ਤੁਰਨ, ਗੁਰੂ ਦੇ ਬਚਨਾਂ ਤੇ ਜੇ ਅਮਲ ਕਰਨ ਤਾਂ ਸਤਿਗੁਰ ਦੀ ਸੇਵਾ ਪ੍ਰਵਾਨ ਹੁੰਦੀ ਹੈ। ਸਤਿਗੁਰ ਕੀ ਸੇਵਾ ਚਾਕਰੀ, ਕਿ ਗੁਰੂ ਦੀ ਅਸਲ ਸੇਵਾ ਔਰ ਨੌਕਰੀ ਚਾਕਰੀ ਇਹ ਹੈ, ਜੇ ਚੱਲੇ ਸਤਿਗੁਰ ਭਾਏ, ਜੇ ਬੰਦੇ ਸਤਿਗੁਰ ਦੇ ਪਿਆਰ ਵਿੱਚ ਤੁਰਨ, ਭਾਣੇ ਵਿੱਚ ਤੁਰਨ, ਅਮਲੀ ਜ਼ਿੰਦਗੀ ਜੀਣ, ਇਹ ਗੁਰੂ ਦੀ ਅਸਲੀ ਸੇਵਾ ਹੈ। ਤਾਂ ਗੁਰੂ ਦੇ ਦਰ ਤੇ ਸੇਵਾ ਕੀਤੀ ਪ੍ਰਵਾਨ ਹੈ। ਇਹ ਜੀਵਨ ਲੇਖੇ ਲੱਗਦਾ ਹੈ ਜੇ ਗੁਰੂ ਦੀ ਰਜ਼ਾ ਵਿੱਚ ਤੁਰਿਆ ਜਾਏ। ਆਪ ਗਵਾਏ ਸਤਿਗੁਰੂ ਨੂੰ ਮਿਲੇ, ਸਹਿਜੇ ਰਹਿ ਸਮਾਏ। ਆਪ ਗਵਾਏ ਦਾ ਮਤਲਬ ਆਪਾ ਭਾਵ ਗਵਾ ਕੇ, ਸਹਿਜੇ ਦਾ ਮਤਲਬ ਸਹਿਜ ਵਿੱਚ, ਆਤਮਿਕ ਅਡੋਲਤਾ ਵਿੱਚ। ਜੋ ਮਨੁੱਖ ਆਪਾ ਭਾਵ ਮਿਟਾ ਕੇ ਗੁਰੂ ਦੇ ਦਰ ਤੇ ਜਾਏ, ਆਪਣੀ ਹਉਮੈ ਛੱਡ ਕੇ, ਆਪਣੀ ਮੱਤ ਛੱਡ ਕੇ, ਫਿਰ ਉਹ ਬੰਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਧਰ ਤਲੀ ਆਉਣ ਦਾ ਮੀਨਿੰਗ ਹੀ ਇਹ ਹੈ ਕਿ ਆਪਣੀ ਮੱਤ ਨੂੰ ਛੱਡ ਕੇ, ਆਪਣੀ ਹੰਕਾਰ ਨੂੰ ਛੱਡ ਕੇ ਗੁਰੂ ਦੇ ਦਰ ਤੇ ਆਵੇ ਔਰ ਗੁਰੂ ਦੇ ਪਾਵਨ ਬਚਨਾਂ ਨੂੰ ਮੰਨੇ। ਜੋ ਮਨੁੱਖ ਆਪਣਾ ਆਪਾ ਗਵਾ ਕੇ ਗੁਰੂ ਦੇ ਚਰਨਾਂ ਵਿੱਚ ਮਿਲਦਾ ਹੈ, ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਉਹਦੇ ਜੀਵਨ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਂਦਾ ਹੈ। ਨਾਨਕ ਤਿਨ੍ਹਾਂ ਨਾਮ ਨਾ ਵਿਸਰੈ, ਸੱਚੇ ਮੇਲ ਮਿਲਾਏ। ਅਜਿਹੇ ਬੰਦਿਆਂ ਨੂੰ ਰੱਬ ਦਾ ਹੁਕਮ ਕਦੇ ਨਹੀਂ ਭੁੱਲਦਾ। ਨਾਮ ਦਾ ਮਤਲਬ ਹੁਕਮ। ਤਿਨ੍ਹਾਂ ਨਾਮ ਨਾ ਵਿਸਰੈ, ਜੋ ਐਸੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਨੇ, ਉਹਨਾਂ ਨੂੰ ਰੱਬੀ ਗੁਣ, ਰੱਬੀ ਹੁਕਮ ਕਦੇ ਵੀ ਨਹੀਂ ਭੁੱਲਦਾ।
ਤੇ ਜਿਹੜੇ ਐਸੇ ਇਨਸਾਨ ਨੇ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜੇ ਰਹਿੰਦੇ ਨੇ। ਸੱਚੇ ਮੇਲ ਮਿਲਾਏ ਦਾ ਮਤਲਬ ਉਹ ਸੱਚੇ ਦੇ ਮੇਲ ਵਿੱਚ ਮਿਲੇ ਰਹਿੰਦੇ, ਉਹ ਹਮੇਸ਼ਾ ਹੀ ਰੱਬੀ ਗੁਣਾਂ ਦੇ ਨਾਲ ਜੁੜੇ ਰਹਿੰਦੇ ਨੇ, ਉਹ ਰੱਬ ਦਾ ਹੀ ਰੂਪ ਹੋਏ ਰਹਿੰਦੇ ਨੇ। ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ। ਮਲੂਕ ਦਾ ਮਤਲਬ ਹੈ ਬਾਦਸ਼ਾਹ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ ਲੋਕ ਨੇ ਅਹੰਕਾਰ ਕਰਕੇ, ਆਪਣੀਆਂ ਪਦ ਪਦਵੀਆਂ ਕਰਕੇ ਆਪਣੇ ਆਪ ਨੂੰ ਖਾਨ ਤੇ ਬਾਦਸ਼ਾਹ ਅਖਵਾਉਂਦੇ ਨੇ। ਕੋਈ ਖਾਨ ਬਣ ਜਾਂਦਾ ਹੈ, ਬਾਦਸ਼ਾਹ ਬਣ ਜਾਂਦਾ ਹੈ, ਵੱਡੀਆਂ ਪਦਵੀਆਂ ਤੇ ਪਹੁੰਚ ਜਾਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਕੀ ਹੋਇਆ, ਕੋ ਰਹਿਣ ਨਾ ਪਾਈ। ਇਸ ਦੁਨੀਆ ਤੇ ਕਦੇ ਵੀ ਸਰੀਰ ਕਰਕੇ ਕੋਈ ਸਦਾ ਨਹੀਂ ਰਹਿੰਦਾ। ਚਾਹੇ ਕੋਈ ਖਾਨ ਹੈ, ਕੋਈ ਬਾਦਸ਼ਾਹ ਹੈ, ਕੋਈ ਰਾਜਾ ਹੈ, ਕੋਈ ਅਮੀਰ ਹੈ, ਸਰੀਰਕ ਤੌਰ ਤੇ ਕਦੇ ਵੀ ਕਿਸੇ ਨੇ ਇਸ ਸੰਸਾਰ ਤੇ ਨਹੀਂ ਰਹਿਣਾ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜੇ ਬੰਦਾ ਸੱਚ ਨਾਲੋਂ ਟੁੱਟ ਗਿਆ, ਜੇ ਸੁਰਤ ਦੇ ਅੰਦਰ ਸੱਚ ਨਹੀਂ ਹੈ, ਸ਼ੁਭ ਗੁਣ ਨਹੀਂ ਹਨ, ਤਾਂ ਬੇਸ਼ੱਕ ਕੋਈ ਖਾਨ ਬਾਦਸ਼ਾਹ ਬਣ ਜਾਏ, ਕੋਈ ਆਤਮਿਕ ਜੀਵਨ ਨਹੀਂ ਜਿੰਦਾ, ਆਤਮਿਕ ਮੌਤ ਤੇ ਮੌਤ ਹੋ ਜਾਂਦੀ ਉਹਦੀ। ਗੜ ਮੰਦਰ ਗਚਗੀਰੀਆ ਕਿਛ ਸਾਥ ਨਾ ਜਾਈ। ਗੜ ਦਾ ਮਤਲਬ ਕਿਲੇ, ਗਚਗੀਰੀਆਂ ਦਾ ਮਤਲਬ ਚੂਨੇ ਗਚ ਇਮਾਰਤਾਂ, ਉਹ ਇਮਾਰਤਾਂ ਜੋ ਚੂਨੇ ਦੇ ਨਾਲ ਬਣੀਆਂ ਹੋਈਆਂ ਨੇ। ਗੀਰ ਦਾ ਮਤਲਬ ਹੁੰਦਾ ਹੈ ਪਕੜ। ਜੇ ਕਿਲੇ, ਸੋਹਣੇ ਘਰ ਔਰ ਚੂਨੇ ਗਚ ਇਮਾਰਤਾਂ ਹੋਣ ਤਾਂ ਵੀ ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾਂਦੀ। ਜਿਹੜੀ ਪ੍ਰਾਪਰਟੀ ਉਹ ਤੇ ਇੱਥੇ ਹੀ ਰਹਿ ਜਾਣੀ ਹੈ, ਬੰਦੇ ਨੇ ਮਰ ਜਾਣਾ ਹੈ, ਪ੍ਰਾਪਰਟੀ ਇੱਥੇ ਦੀ ਇੱਥੇ ਹੀ ਰਹਿ ਗਈ, ਤਾਂ ਨਾਲ ਨਹੀਂ ਜਾਂਦੀ, ਪਹਿਲੀ ਗੱਲ। ਤਾਂ ਇਸ ਲਈ ਪ੍ਰਾਪਰਟੀ ਵਾਸਤੇ ਠੱਗੀਆਂ ਮਾਰਨੀਆਂ, ਬੇਗਾਨੇ ਹੱਕ ਖਾਣੇ ਕਦੇ ਵੀ ਠੀਕ ਨਹੀਂ ਹੋ ਸਕਦੇ। ਜਦੋਂ ਕੁਛ ਨਾਲ ਜਾਣਾ ਹੀ ਨਹੀਂ ਤਾਂ ਫਿਰ ਪਾਪ ਔਰ ਅਪਰਾਧ ਕਿਉਂ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਭਾਵੇਂ ਕੋਈ ਸੋਹਣੇ ਸੋਹਣੇ ਘਰ ਬਣਾ ਲੈ, ਚੂਨੇ ਗੱਚ ਇਮਾਰਤਾਂ ਬਣਾ ਲੈ, ਮਹਿਲ ਬਣਾ ਲਵੇ, ਤਾਂ ਇਹ ਆਤਮਿਕ ਜੀਵਨ ਵਿੱਚ ਤਾਂ ਸਾਥ ਨਹੀਂ ਦਿੰਦੇ। ਆਤਮਿਕ ਜੀਵਨ ਵਿੱਚ ਸਾਥ ਸਿਰਫ ਰੱਬੀ ਗੁਣਾਂ ਨੇ ਦੇਣਾ ਹੈ। ਸੁਖ ਔਰ ਸ਼ਾਂਤੀ ਜਿਹੜੀ ਹੈ ਉਹ ਰੱਬੀ ਗੁਣਾਂ ਕਰਕੇ ਆਉਣੀ ਹੈ। ਸੋਇਨ ਸਾਖਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ। ਚਤੁਰਾਈ ਦਾ ਮਤਲਬ ਚਲਾਕੀਆਂ, ਸੋਇਨ ਦਾ ਮਤਲਬ ਸੋਨਾ, ਸਾਖਤ ਦਾ ਮਤਲਬ ਹੁੰਦਾ ਹੈ ਘੋੜੇ ਦੀ ਪੂਛ ਵਿੱਚ ਪਾਉਣ ਵਾਲੀ ਰੱਸੀ, ਦੁਮਚੀ, ਜਿਸ ਕਰਕੇ ਉਹ ਸੀਟ ਜਿਹੜੀ ਕਾਠੀ ਹੈ ਪਿੱਛੇ ਨਹੀਂ ਜਾਂਦੀ। ਵੇਗ ਦਾ ਮਤਲਬ ਰਫਤਾਰ। ਜੇ ਸੋਨੇ ਦੀਆਂ ਦੁਮਚੀਆਂ ਵਾਲੇ ਔਰ ਹਵਾ ਵਰਗੀ ਤੇਜ਼ ਰਫ਼ਤਾਰ ਵਾਲੇ ਘੋੜੇ ਵੀ ਹੋਣ, ਲੇਕਿਨ ਜੇ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੱਚ ਨਹੀਂ ਔਰ ਉਹ ਚਲਾਕੀਆਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਚਤੁਰਾਈਆਂ ਕਰਦਾ ਹੈ, ਹੇਰਾਫੇਰੀਆਂ ਕਰਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਤ੍ਰਿਗ, ਲਾਨਤ ਹੈ ਐਸੀ ਜ਼ਿੰਦਗੀ ਨੂੰ। ਫਿਟਕਾਰਯੋਗ ਹੈ ਐਸੀ ਜ਼ਿੰਦਗੀ ਕਿ ਜੇ ਚਲਾਕੀਆਂ ਨੇ, ਲੋਕਾਂ ਦੇ ਨਾਲ ਹੇਰਾਫੇਰੀਆਂ ਨੇ ਔਰ ਸੋਨੇ ਦੀਆਂ ਦੁਮਚੀਆਂ ਵਾਲੇ ਹਵਾ ਦੀ ਤੇਜ਼ ਵਰਗੇ ਘੋੜੇ ਲਈ ਫਿਰਦਾ ਹੈ, ਇਨਸਾਨੀਅਤ ਨਹੀਂ, ਲੋਕਾਂ ਨਾਲ ਚਲਾਕੀਆਂ ਕਰਦਾ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ, ਤਾਂ ਗੁਰੂ ਜੀ ਕਹਿੰਦੇ ਨੇ ਲਾਨਤ ਹੈ ਐਸੀ ਜ਼ਿੰਦਗੀ ਨੂੰ। ਔਰ ਹਕੀਕਤ ਇਹੋ ਹੀ ਹੈ ਕਿ ਚਲਾਕੀਆਂ ਕਰ ਕਰਕੇ, ਲੋਕਾਂ ਦੇ ਹੱਕ ਠੱਗ ਠੱਗ ਕੇ ਤੇ ਆਪਣੇ ਵਾਸਤੇ ਐਸੀਆਂ ਚੀਜ਼ਾਂ ਬਣਾ ਲੈਣੀਆਂ, ਇਹ ਕੋਈ ਇਨਸਾਨੀਅਤ ਨਹੀਂ ਹੈ, ਲਾਨਤ ਵਾਲੀ ਜ਼ਿੰਦਗੀ, ਵਾਸਤਵ ਚ ਲਾਨਤ ਵਾਲੀ ਜ਼ਿੰਦਗੀ। ਹਾਂ, ਜੇ ਕੋਈ ਦਸਾਂ ਨਵਾਂ ਦੀ ਇਮਾਨਦਾਰੀ ਦੀ ਕਿਰਤ ਕਰਦਾ ਹੈ ਔਰ ਇਮਾਨਦਾਰੀ ਦੀ ਕਿਰਤ ਕਰਕੇ ਕੁਛ ਐਸੀ ਜ਼ਿੰਦਗੀ ਜੀਂਦਾ ਹੈ, ਤਾਂ ਮੁਬਾਰਕ ਹੈ ਉਸ ਦੀ ਜ਼ਿੰਦਗੀ, ਮਹਾਨ ਹੈ ਉਹ ਇਨਸਾਨ। 36 ਅੰਮ੍ਰਿਤ ਪ੍ਰਕਾਰ ਕਰਹੇ ਬਹੁ ਮੈਲ ਵਧਾਈ। ਮੈਲ ਦਾ ਮਤਲਬ ਵਿਸ਼ਟਾ, ਗੰਦਗੀ। 36 ਪ੍ਰਕਾਰ ਦਾ ਮਤਲਬ ਹੈਗਾ ਬਹੁਤ ਕਿਸਮਾਂ ਦੇ ਖਾਣੇ। 36 ਕਿਸਮ ਦਾ ਮਤਲਬ, 36 ਪ੍ਰਕਾਰ ਦਾ ਮਤਲਬ ਬਹੁਤ ਕਿਸਮ ਦੇ ਖਾਣੇ। ਇੱਕ ਮੁਹਾਵਰਾ ਨਾ, 36 ਕਿਸਮ ਦੇ ਖਾਣੇ। ਜੇ ਕਈ ਕਿਸਮਾਂ ਦੇ ਸੁੰਦਰ ਸਵਾਦਲੇ ਖਾਣੇ ਖਾਂਦੇ ਹੋਣ, ਕਈ ਕਿਸਮਾਂ ਦੇ ਸੁੰਦਰ ਸਵਾਦਲੇ ਖਾਣੇ ਖਾਂਦੇ ਹੋਣ, ਲੇਕਿਨ ਜੇ ਬੰਦਾ ਸੱਚ ਨਾਲੋਂ ਟੁੱਟਿਆ ਹੋਇਆ ਹੈ, ਅੰਦਰ ਇਨਸਾਨੀਅਤ ਨਹੀਂ ਹੈ, ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਨਹੀਂ ਜੁੜਿਆ, ਤਾਂ ਬਹੁ ਮੈਲ ਵਧਾਈ, ਉਹ ਸਿਰਫ ਵਿਸ਼ਟਾ ਹੀ ਵਧਾ ਰਿਹਾ ਆਪਣੇ ਪੇਟ ਦੇ ਅੰਦਰ, ਗੰਦਗੀ ਹੀ ਫੈਲਾ ਰਿਹਾ ਹੈ ਇਸ ਦੁਨੀਆ ਦੇ ਵਿੱਚ, ਗੰਦਗੀ ਹੀ ਵਧਾਏਗਾ, ਹੋਰ ਕੀ ਕਰੇਗਾ। ਜੇ 36 ਕਿਸਮ ਦੇ ਖਾਣੇ ਖਾਂਦਾ ਹੈ ਤਾਂ ਮੈਲ ਹੀ ਵਧਾ ਰਿਹਾ, ਜੇ ਉਸਦੇ ਅੰਦਰ ਸੱਚ ਨਹੀਂ ਹੈ। ਖਾਣੇ ਖਾਣ ਦੀ ਮਨਾਹੀ ਨਹੀਂ ਹੈ, ਪਰ ਜੇ ਬੰਦਾ ਸੱਚ ਨੂੰ ਵਿਸਾਰ ਕੇ, ਇਨਸਾਨੀਅਤ ਨੂੰ ਵਿਸਾਰ ਕੇ, ਠੱਗੀਆਂ ਮਾਰ ਕੇ
36 ਕਿਸਮ ਦੇ ਭੋਜਨ ਖਾਏ ਤਾਂ ਉਹ ਲੋਕਾਂ ਦਾ ਖੂਨ ਹੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਇਨਸਾਨ ਵੀ ਇਸ ਸੰਸਾਰ ਦੇ ਅੰਦਰ ਗੰਦਗੀ ਫੈਲਾ ਰਹੇ ਨੇ ਔਰ ਉਹਨਾਂ ਦਾ ਜੀਵਨ ਜਿਹੜਾ ਹੈ ਸਫਲ ਨਹੀਂ ਹੈ। ਨਾਨਕ ਜੋ ਦੇਵੈ ਤਿਸਹਿ ਨਾ ਜਾਣਨੀ, ਮਨਮੁਖ ਦੁਖ ਪਾਈ। ਮਨਮੁਖ ਦਾ ਮਤਲਬ ਜੋ ਆਪ ਖੁਦਰੇ ਮਨੁੱਖ ਨੇ, ਜੋ ਗੁਰੂ ਦੱਸੇ ਰਾਹਾਂ ਤੇ ਨਹੀਂ ਚੱਲਦੇ, ਜੋ ਰੱਬੀ ਰਜ਼ਾ ਭਾਣੇ ਵਿੱਚ ਨਹੀਂ ਰਹਿੰਦੇ, ਜੋ ਰੱਬੀ ਗੁਣਾਂ ਨੂੰ ਫੋਲੋ ਨਹੀਂ ਕਰਦੇ, ਆਪ ਖੁਦਰੇ ਨੇ, ਉਹ ਦੁੱਖ ਪਾਉਂਦੇ ਨੇ। ਕਿਉਂਕਿ ਜੋ ਦੇਵੈ ਤਿਸੈ ਨਾ ਜਾਣਨੀ, ਜੋ ਦੇਣ ਵਾਲਾ ਦਾਤਾ ਹੈ ਉਹਨੂੰ ਨਹੀਂ ਜਾਣਦੇ। ਜਾਣਦੇ ਦਾ ਮਤਲਬ ਉਹਦੇ ਨਾਲ ਸਾਂਝ ਨਹੀਂ ਪਾਉਂਦੇ, ਉਹਦੇ ਗੁਣਾਂ ਦੇ ਨਾਲ ਸਾਂਝ ਨਹੀਂ ਪਾਉਂਦੇ, ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਤਾਂ ਉਹ ਲੋਕ ਹਮੇਸ਼ਾ ਹੀ ਦੁੱਖ ਪਾਉਂਦੇ ਨੇ। ਤਾਂ ਸਾਡੀ ਜੋ ਮਨੁੱਖਤਾ ਹੈ ਉਹਦੇ ਦੁੱਖਾਂ ਦਾ ਕਾਰਨ ਇੱਕੋ ਹੀ ਹੈ ਕਿ ਰੱਬੀ ਰਜ਼ਾ ਨਾਲੋਂ ਔਰ ਰੱਬੀ ਗੁਣਾਂ ਦੇ ਨਾਲੋਂ ਟੁੱਟ ਜਾਣਾ। ਜਦੋਂ ਬੰਦਾ ਰੱਬੀ ਰਜ਼ਾ ਨੂੰ ਫੋਲੋ ਨਾ ਕਰੇ, ਲਾ ਆਫ ਨੇਚਰ ਨੂੰ ਫੋਲੋ ਨਾ ਕਰੇ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਾ ਜੀਵੇ, ਅੰਦਰ ਉਹਦੇ ਇਨਸਾਨੀਅਤ ਨਾ ਰਹੇ, ਮਨ ਬਚਨ ਕਰਮ ਕਰਕੇ ਗੁਣਾਂ ਦੇ ਨਾਲੋਂ ਟੁੱਟ ਜਾਏ, ਤਾਂ ਫਿਰ ਚਾਹੇ ਜਿੰਨੀਆਂ ਵੀ ਸੁੱਖਾਂ ਦੀਆਂ ਸਹੂਲਤਾਂ ਹੋਣ, ਜੀਵਨ ਦੇ ਅੰਦਰ ਦੁੱਖ ਔਰ ਅਸ਼ਾਂਤੀ ਪੈਦਾ ਹੋ ਜਾਂਦੀ ਹੈ। ਔਰ ਹਕੀਕਤ ਇਹੀ ਹੈ ਕਿ ਇਸ ਦੁਨੀਆ ਦੇ ਅੰਦਰ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਲੋਕ ਦੁਖੀ ਔਰ ਅਸ਼ਾਂਤ ਨੇ, ਔਰ ਉਹ ਦੁੱਖ ਔਰ ਅਸ਼ਾਂਤੀ ਦਾ ਕਾਰਨ ਸਿਰਫ ਤੇ ਸਿਰਫ ਔਗਣ ਨੇ, ਸਿਰਫ ਔਰ ਸਿਰਫ ਪਾਪ ਤੇ ਅਪਰਾਧ ਨੇ, ਭੈੜੀ ਸੋਚ। ਸ਼ਲੋਕ ਮਹਿਲਾ ਤੀਜਾ। ਪੜ ਪੜ ਪੰਡਿਤ ਮੋਨੀ ਥੱਕੇ, ਦੇ ਸੰਤਰ ਭਵ ਥੱਕੇ ਭੇਖ ਧਾਰੀ। ਹੁਣ ਇਹ ਮੋਨੀ ਦੇ ਮੰਮੇ ਦੇ ਉੱਤੇ ਹੋੜਾ ਵੀ ਹੈ ਔਰ ਔਂਕੜ ਵੀ ਹੈ। ਸ਼ੁੱਧ ਸ਼ਬਦ ਹੈ ਮੁਨੀ, ਮੁਨੀ, ਲੇਕਿਨ ਇਹਨੂੰ ਪੜਨਾ ਹੈ ਮੋਨੀ, ਕਿਉਂਕਿ ਗੁਰੂ ਜੀ ਨੇ ਹੋੜਾ ਜਿਹੜਾ ਹੈ ਕਾਵ ਤੋਲ ਪੂਰਾ ਕਰਨ ਵਾਸਤੇ ਲਗਾਇਆ। ਇਸ ਲਈ ਜਿਹੜੀ ਵੀ ਲਗ ਮਾਤਰਾ ਕਾਵ ਤੋਲ ਪੂਰਾ ਕਰਨ ਲਈ ਲੱਗੀ ਹੋਵੇ, ਉਚਾਰਨ ਉਹਦਾ ਕਰਨਾ ਹੁੰਦਾ ਹੈ। ਪੜ ਪੜ ਪੰਡਿਤ ਮੋਨੀ ਥੱਕੇ। ਮੋਨੀ ਦਾ ਮਤਲਬ ਜੋ ਹੋਰਨਾਂ ਦੇ ਨਾਲ ਗੱਲਾਂ ਨਹੀਂ ਕਰਦੇ, ਬੋਲਦੇ ਨਹੀਂ, ਮੌਨ ਧਾਰਨ ਕਰਕੇ ਰੱਖਦੇ ਨੇ। ਭੇਖ ਧਾਰੀ ਦਾ ਮਤਲਬ ਭੇਖ ਧਾਰਨ ਕਰਨ ਵਾਲੇ, ਤੇ ਪੰਡਿਤ ਦਾ ਮਤਲਬ ਵਿਦਵਾਨ। ਇੱਥੇ ਤਿੰਨ ਕਿਸਮ ਦੇ ਲੋਕਾਂ ਦਾ ਜ਼ਿਕਰ ਕੀਤਾ ਹੈ। ਇੱਕ ਤੇ ਪੰਡਿਤ ਜੋ ਵਿਦਿਆ ਪੜ੍ਹਦੇ ਨੇ ਔਰ ਅੱਗੇ ਪ੍ਰਚਾਰਦੇ ਨੇ। ਦੂਜੇ ਉਹ ਜਿਹੜੇ ਮੌਨ ਧਾਰਨ ਕਰਕੇ ਸਮਾਧੀਆਂ ਲਾਉਂਦੇ ਨੇ, ਤੇ ਤੀਜੇ ਉਹ ਜਿਹੜੇ ਧਾਰਮਿਕ ਭੇਖ ਧਾਰਨ ਕਰਦੇ ਨੇ, ਅਨੇਕਾਂ ਕਿਸਮ ਦੇ ਪਹਿਨਾਵੇ ਪਹਿਨਦੇ। ਗੁਰੂ ਜੀ ਕਹਿੰਦੇ ਨੇ ਮੁਨੀ ਔਰ ਪੰਡਿਤ ਵੇਦ ਆਦਿਕ ਧਰਮ ਪੁਸਤਕਾਂ ਪੜ ਪੜ ਕੇ ਥੱਕ ਗਏ ਨੇ। ਭੇਖ ਧਾਰੀ ਸਾਧੂ ਧਰਤੀ ਦਾ ਰਟਨ ਕਰ ਕਰਕੇ ਥੱਕ ਗਏ ਨੇ, ਮਿਲਿਆ ਕੁਛ ਵੀ ਨਹੀਂ, ਵਿਅਰਥ ਕਸ਼ਟ ਸਹਾਰ ਰਹੇ ਨੇ। ਯਾਨੀ ਜੀਵਨ ਦੇ ਅੰਦਰ ਕੁਛ ਵੀ ਨਹੀਂ ਮਿਲੇਗਾ। ਬੇਸ਼ੱਕ ਪੜ੍ਹੀ ਜਾਓ, ਗਿਆਨ ਹਾਸਲ ਕਰ ਲਓ, ਬੇਸ਼ੱਕ ਤੁਸੀਂ ਮੌਨ ਧਾਰਨ ਕਰ ਲਓ ਜਾਂ ਸਰੀਰ ਤੇ ਭੇਖ ਧਾਰਨ ਕਰ ਲਓ, ਪਰ ਜੇ ਸੱਚ ਦੇ ਧਾਰਨੀ ਨਹੀਂ, ਜੇ ਮਨ ਬਚਨ ਕਰਮ ਕਰਕੇ ਗੁਨਾਹ ਦੇ ਧਾਰਨੀ ਨਹੀਂ, ਤਾਂ ਇਹ ਇੱਕ ਕਸ਼ਟ ਉਠਾਉਣ ਵਾਲੀ ਗੱਲ ਹੈ। ਇਹਦੇ ਚੋਂ ਸੁਖ ਸ਼ਾਂਤੀ ਨਹੀਂ ਮਿਲੇਗੀ। ਪੜਿਆ ਤਾਂ ਹੀ ਸਫਲਾ ਹੈ ਜੇ ਬੰਦਾ ਸੱਚ ਦੇ ਉੱਤੇ ਚੱਲਦਾ ਹੈ, ਜੇਕਰ ਸੱਚ ਨੂੰ ਇੰਪਲੀਮੈਂਟ ਕਰਦਾ ਹੈ, ਤਾਂ ਨਹੀਂ ਤਾਂ ਫਿਰ ਇਹ ਸਾਰਾ ਕੁਝ ਵਿਅਰਥ ਹੋ ਜਾਏਗਾ। ਦੂਜੇ ਭਾਏ ਨਾਉ ਕਦੇ ਨਾ ਪਾਇਨ, ਦੁੱਖ ਲਾਗਾ ਅਤ ਭਾਰੀ। ਦੂਜੇ ਭਾਏ ਦਾ ਮਤਲਬ ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿੱਚ, ਯਾਨੀ ਰੱਬੀ ਗੁਣਾਂ ਨੂੰ ਛੱਡ ਦਿੱਤਾ। ਦੂਜਾ ਭਾਵ ਕਿ ਇਹ ਰੱਬ ਦੇ ਗੁਣ ਸਤ ਸੰਤੋਖ ਦਇਆ ਆਦਿਕ, ਇਹਨਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਔਰ ਔਗਣਾਂ ਦੇ ਨਾਲ ਆਪਣਾ ਨਾਤਾ ਲਾ ਲਿਆ। ਪਾਪ ਵਿਕਾਰ ਅਪਰਾਧ ਅੰਦਰੋਂ ਬਾਹਰੋਂ ਇੱਕ ਨਾ ਹੋ ਕੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ ਗਏ। ਮੇਰ ਤੇਰ ਦੇ ਵਿਤਕਰੇ, ਆਪਣੇ ਪਰਾਏ ਦੇ ਵਿਤਕਰੇ ਪੈਦਾ ਕਰ ਲਏ, ਇਹਨੂੰ ਕਹਿੰਦੇ ਨੇ ਦੂਜਾ ਭਾਵ। ਤੇ ਨਾਉ ਦਾ ਮਤਲਬ ਹੈ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਜਿੰਨਾ ਚਿਰ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿੱਚ ਮਨ ਫਸਿਆ ਹੋਇਆ ਹੈ, ਤਾਂ ਪੰਡਤ ਕੀ ਤੇ ਸਾਧੂ ਕੀ ਪ੍ਰਭੂ ਦੇ ਹੁਕਮ ਨੂੰ ਉਹ ਕਦੇ ਵੀ ਪ੍ਰਾਪਤ ਨਹੀਂ ਕਰਦੇ। ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ, ਉਹਨਾਂ ਨੂੰ ਸੁੱਖ ਕਦੇ ਵੀ ਨਹੀਂ ਮਿਲਦਾ। ਦੁੱਖ ਲਾਗਾ ਅਤ ਭਾਰੀ, ਬਹੁਤ ਭਾਰਾ ਦੁੱਖ ਉਹਨਾਂ ਦੀ ਜ਼ਿੰਦਗੀ ਵਿੱਚ ਬਣਿਆ ਰਹਿੰਦਾ ਹੈ। ਮੂਰਖ ਅੰਧੇ ਤ੍ਰੈ ਗੁਣ ਸੇਵੈ,
ਮਾਇਆ ਕੈ ਵਿਵਹਾਰੀ। ਤ੍ਰੈਗੁਣ ਦਾ ਮਤਲਬ ਰਜਗੁਣ, ਤਮਗੁਣ ਔਰ ਸਤਗੁਣ। ਸੇਵੇਂ ਦਾ ਮਤਲਬ ਸੇਮ ਦੇ ਨੇ, ਮਤਲਬ ਇਹਨਾਂ ਗੁਣਾਂ ਦੇ ਵਿੱਚ ਹੀ ਜੀਂਦੇ ਨੇ। ਮਾਇਆ ਕੇ ਵਿਵਹਾਰੀ ਦਾ ਮਤਲਬ ਮਾਇਆ ਦੇ ਵਪਾਰੀ ਨੇ। ਹੁਣ ਰੱਬੀ ਗੁਣਾਂ ਨੂੰ ਛੱਡਣ ਵਾਲੇ ਜਿਹੜੇ ਮਾਇਆ ਦੇ ਵਪਾਰੀ ਨੇ, ਉਹ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਫਸੇ ਰਹਿੰਦੇ ਨੇ। ਮਾਇਆ ਦੇ ਵਪਾਰੀ ਦਾ ਮਤਲਬ ਇੱਥੇ ਹੁਣ ਇਕੱਲਾ ਪੈਸਾ ਨਹੀਂ ਹੈ। ਮਾਇਆ ਦਾ ਮਤਲਬ ਇੱਕ ਸੋਚ, ਜੋ ਸੋਚ ਸਾਨੂੰ ਸੱਚ ਨਾਲੋਂ ਤੋੜਦੀ ਹੈ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਜਿਹੜੇ ਇਸ ਸੋਚ ਦੇ ਵਪਾਰੀ ਨੇ, ਜੋ ਇਸ ਸੋਚ ਨੂੰ ਲੈ ਕੇ ਜ਼ਿੰਦਗੀ ਜੀ ਰਹੇ ਨੇ। ਮੂਰਖ ਦਾ ਮਤਲਬ ਉਹ ਕਮਲੇ ਨੇ, ਬੇਸਮਝ ਨੇ, ਔਰ ਤਿੰਨਾਂ ਗੁਣਾਂ ਦੇ ਵਿੱਚ ਹੀ ਉਹ ਫਸੇ ਹੋਏ ਨੇ। ਤਿੰਨ ਗੁਣ ਕਿਹੜੇ ਨੇ? ਰਜਗੁਣ, ਤਮਗੁਣ ਔਰ ਸਤਗੁਣ। ਰਜਗੁਣ ਦਾ ਮਤਲਬ ਹੈ ਜਦੋਂ ਧਨ ਆਦਿਕ ਵਾਸਤੇ ਦੌੜ ਭੱਜ ਮਨੁੱਖ ਕਰਦਾ ਹੈ, ਯਾਨੀ ਲਾਲਚ, ਲਾਲਚ ਅਧੀਨ ਕਰਮ ਕਰਨੇ। ਜਦੋਂ ਬੰਦਾ ਕੰਮ ਕਰਦਾ ਹੈ ਔਰ ਨਜਾਇਜ਼ ਢੰਗਾਂ ਦੇ ਨਾਲ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹਨੂੰ ਕਹਿੰਦੇ ਨੇ ਲਾਲਚ। ਤਾਂ ਨਜਾਇਜ਼ ਢੰਗਾਂ ਦੇ ਨਾਲ ਕੰਮ ਕਰਨੇ, ਲਾਲਚ ਆਦਿਕ, ਇਹ ਹੈ ਰਜਗੁਣ। ਤੇ ਤਮਗੁਣ ਦਾ ਮਤਲਬ ਹੈ ਅਗਿਆਨਤਾ ਭਰੇ ਕਰਮ ਕਰਨੇ, ਕਾਮ, ਕ੍ਰੋਧ, ਈਰਖਾ, ਦਵੇਸ਼ ਔਰ ਕਰਮ ਕਾਂਡਾਂ ਦੇ ਵਿੱਚ ਫਸ ਜਾਣਾ। ਇਹ ਤਮਗੁਣ ਹੈ, ਅਗਿਆਨਤਾ ਵਾਲੇ ਕਰਮ। ਤੇ ਸਤਗੁਣ ਦਾ ਮਤਲਬ ਇੱਥੇ ਹੈ ਤਿਆਗ, ਸੰਸਾਰ ਨੂੰ ਛੱਡ ਹੀ ਜਾਣਾ, ਕੰਮ ਹੀ ਕੋਈ ਨਾ ਕਰਨਾ। ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਜੋ ਲਾਲਚ ਨੂੰ ਅਧੀਨ, ਲਾਲਚ ਦੇ ਅਧੀਨ ਕੰਮ ਕਰਦੇ ਨੇ। ਦੂਜੇ ਲੋਕ ਉਹ ਨੇ ਜੋ ਅਗਿਆਨਤਾ ਭਰੇ ਕਰਮ ਕਰੀ ਜਾ ਰਹੇ ਨੇ। ਲਾਲਚ ਵਾਲਿਆਂ ਨੂੰ ਗਿਆਨ ਤੇ ਹੈ, ਲੇਕਿਨ ਉਹ ਜਾਣ ਬੁੱਝ ਕੇ ਲਾਲਚ ਕਰ ਰਹੇ ਨੇ, 2 ਨੰਬਰ ਦੇ ਧੰਦੇ ਕਰ ਰਹੇ ਨੇ। ਦੂਜੇ ਉਹਨੇ ਅਗਿਆਨਤਾ ਭਰੇ ਕਰਮ ਕਰੀ ਜਾ ਰਹੇ ਨੇ, ਕਾਮ, ਕ੍ਰੋਧ, ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ। ਤੇ ਤੀਜੇ ਉਹ ਨੇ ਜਿਹੜੇ ਆਪਣੇ ਆਪ ਨੂੰ ਸੰਨਿਆਸੀ ਕੁਆਰੇ ਨੇ, ਉਹ ਕੰਮ ਕਰਨਾ ਹੀ ਛੱਡ ਗਏ ਨੇ, ਸੰਸਾਰ ਨੂੰ ਛੱਡ ਹੀ ਗਏ ਨੇ। ਇਹ ਨੇ ਮਾਇਆ ਦੇ 3 ਗੁਣ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਾਇਆ ਨੂੰ ਮੁੱਖ ਰੱਖ ਕੇ ਵਿਆਪਾਰ ਕਰਦੇ ਨੇ, ਉਹ ਮੂਰਖ ਇਨਸਾਨ ਇਹਨਾਂ ਤਿੰਨਾਂ ਮਾਇਆ ਦੇ ਗੁਣਾਂ ਦੇ ਵਿੱਚ ਹੀ ਉਲਝੇ ਰਹਿ ਜਾਂਦੇ ਨੇ। ਤੇ ਕਰਦੇ ਕੀ ਨੇ? ਬਾਹਰੋਂ ਉਹ ਧਾਰਮਿਕ ਕੰਮ ਕਰਦੇ ਦਿਸਦੇ ਨੇ, ਪਰ ਉਹਨਾਂ ਦਾ ਗੋਲ ਇਹ ਨਹੀਂ ਹੁੰਦਾ। ਅੰਦਰ ਕਪਟ, ਉਦਰ ਭਰਨ ਕੈ ਤਾਈ, ਪਾਠ ਪੜ੍ਹੇ ਗਾਵਾਰੀ। ਇਹਨੂੰ ਤਾਈ ਨਹੀਂ ਪੜਨਾ, ਤਾਈ। ਅੰਦਰ ਕਪਟ, ਉਹਨਾਂ ਦੇ ਅੰਦਰ ਤੇ ਕਪਟ ਟਿਕਿਆ ਹੁੰਦਾ ਹੈ। ਉਦਰ ਦਾ ਮਤਲਬ ਪੇਟ, ਉਦਰ ਭਰਨ ਵਾਸਤੇ ਮਤਲਬ ਪੇਟ ਭਰਨ ਵਾਸਤੇ, ਰੋਜੀ ਰੋਟੀ ਵਾਸਤੇ। ਪਾਠ ਪੜ੍ਹੇ ਗਾਵਾਰੀ, ਗਾਵਾਰੀ ਦਾ ਮਤਲਬ ਮੂਰਖ ਲੋਕ। ਉਹ ਮੂਰਖ ਬਾਹਰ ਤਾਂ ਰੋਜੀ ਕਮਾਉਣ ਦੀ ਖਾਤਰ ਧਰਮ ਪੁਸਤਕਾਂ ਦਾ ਪਾਠ ਕਰਦੇ ਨੇ, ਲੇਕਿਨ ਅੰਦਰ ਉਹਨਾਂ ਦੇ ਛਲ ਔਰ ਕਪਟ ਟਿਕਿਆ ਹੋਇਆ ਹੈ, ਝੂਠ ਟਿਕਿਆ ਹੋਇਆ ਹੈ। ਮੂਰਖ ਨੇ ਉਹ। ਔਰ ਐਸਾ ਮੂਰਖ ਜਿਹੜਾ ਹੈ, ਉਹ ਕੋਈ ਹਿੰਦੂਆਂ ਵਿੱਚ ਵੀ ਹੋ ਸਕਦਾ ਹੈ, ਮੁਸਲਮਾਨਾਂ, ਜੈਨੀਆਂ ਵਿੱਚ ਵੀ ਹੋ ਸਕਦਾ ਹੈ, ਸਿੱਖਾਂ ਵਿੱਚ ਵੀ ਹੋ ਸਕਦਾ ਹੈ। ਜਿਹੜਾ ਵੀ ਬੰਦਾ ਐਵੇਂ ਦਾ ਕੰਮ ਕਰਦਾ ਹੈ ਕਿ ਬਾਹਰੋਂ ਤੇ ਉਹ ਰੋਜੀ ਰੋਟੀ ਵਾਸਤੇ ਪਾਠ ਪੜ੍ਹ ਰਿਹਾ ਹੈ, ਲੇਕਿਨ ਅੰਦਰ ਉਹਦੇ ਛਲ ਔਰ ਕਪਟ, ਤਾਂ ਗੁਰੂ ਜੀ ਕਹਿੰਦੇ ਨੇ ਇਹਦਾ ਕੋਈ ਆਤਮਿਕ ਲਾਭ ਥੋੜਾ ਹੋਏਗਾ। ਔਰ ਹਕੀਕਤ ਇਹ ਹੈ, ਇਸ ਪੰਕਤੀ ਨੂੰ ਬੇਸ ਬਣਾ ਕੇ ਜਰਾ ਇਸ ਧਾਰਮਿਕ ਦੁਨੀਆ ਵੱਲ ਇੱਕ ਝਾਤ ਮਾਰ ਕੇ ਵੇਖੋ, ਤੇ ਤੁਹਾਨੂੰ ਇਹੋ ਜਿਹੇ ਹਜ਼ਾਰਾਂ ਨਹੀਂ ਲੱਖਾਂ ਲੋਕ ਨਜ਼ਰ ਆ ਜਾਣਗੇ। ਜੇ ਇੱਕ ਤਾਂ ਪ੍ਰੋਫੈਸ਼ਨਲ ਨੇ ਸਾਡੇ ਵਰਗੇ, ਤੇ ਦੂਜੇ ਉਹ ਨੇ ਜਿਹੜੇ ਪ੍ਰੋਫੈਸ਼ਨਲ ਨਹੀਂ, ਲੇਕਿਨ ਵੈਸੇ ਆਪਣੇ ਆਪਣੇ ਧਰਮ ਦੇ ਮੁਤਾਬਕ ਆਪੋ ਆਪਣੇ ਧਰਮ ਗ੍ਰੰਥਾਂ ਦਾ ਪਾਠ ਪੜ੍ਹ ਰਹੇ ਨੇ, ਲੇਕਿਨ ਅਮਲ ਨਹੀਂ ਕਰ ਰਹੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮੂਰਖ ਲੋਕ ਰੋਜੀ ਕਮਾਉਣ ਦੀ ਖਾਤਰ ਧਰਮ ਪੁਸਤਕਾਂ ਦਾ ਪਾਠ ਕਰਦੇ ਨੇ, ਪਰ ਉਹਨਾਂ ਦੇ ਮਨ ਵਿੱਚ ਖੋਟ ਹੀ ਟਿਕਿਆ ਰਹਿੰਦਾ ਹੈ। ਉਹ ਕਦੇ ਰੱਬ ਦਾ ਪਿਆਰ ਨਹੀਂ ਪਾ ਸਕਦੇ, ਉਹਨਾਂ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ। ਸਤਿਗੁਰ ਸੇਵੇ ਸੋ ਸੁਖ ਪਾਏ, ਜਿਨ ਹਉਮੈ ਵਿੱਚੋਂ ਮਾਰੀ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਸਤਿਗੁਰ ਸੇਵੇ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਜੋ ਗੁਰੂ ਦੀ ਪਾਵਨ ਬਾਣੀ ਨੂੰ ਇੰਪਲੀਮੈਂਟ ਕਰਦਾ ਹੈ, ਸੋ ਸੁਖ ਪਾਏ। ਉਹ ਇਨਸਾਨ ਆਤਮਿਕ ਸੁਖ ਪਾ ਲੈਂਦਾ ਹੈ। ਤੇ ਗੁਰੂ ਦੇ ਦੱਸੇ ਰਾਹ ਤੇ ਕੌਣ ਤੁਰਦਾ ਹੈ? ਜਿਨ ਵਿੱਚੋਂ ਹਉਮੈ ਮਾਰੀ, ਜਿਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ ਹੈ। ਆਪਣੇ ਅੰਦਰੋਂ ਈਗੋ ਜਾਂ ਆਪਣੇ ਮਨ ਦੀ ਮੱਤ ਖਤਮ ਹੋਵੇਗੀ ਤਾਂ ਹੀ ਬੰਦਾ ਗੁਰੂ ਦੀ ਮੱਤ ਦਾ ਧਾਰਨੀ ਹੋਏਗਾ। ਤੇ ਜੇ ਬੰਦਾ ਆਪਣੀ ਸੋਚ ਹੀ ਲੈ ਕੇ ਫਿਰਦਾ ਰਹੇ, ਆਪਣੇ ਮਨ ਦੀ ਮੱਤ ਲੈ ਕੇ ਫਿਰਦਾ ਰਹੇ, ਤਾਂ ਉਹ ਗੁਰੂ ਦੇ ਦਰ ਤੇ ਜਾ ਕੇ ਗੁਰੂ ਦੀ ਗੱਲ ਤੇ ਮੰਨੇਗਾ ਹੀ ਨਹੀਂ।
ਤੇ ਜਦ ਗੁਰੂ ਦੀ ਬਚਨ ਹੀ ਨਹੀਂ ਮੰਨਣੇ ਤਾਂ ਸੁਖ ਵੀ ਨਹੀਂ ਹੋਏਗਾ। ਤਾਂ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਮਨੁੱਖ ਸੁਖ ਪਾਉਂਦਾ ਹੈ, ਕਿਉਂਕਿ ਉਹਨੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਮਨੁੱਖ ਨੇ ਆਪਣੇ ਮਨ ਵਿੱਚੋਂ ਹਉਮੈ ਨੂੰ ਮਾਰ ਲਿਆ ਹੁੰਦਾ ਹੈ। ਨਾਨਕ ਪੜਨਾ ਗੁਣਨਾ ਇੱਕ ਨਾਉ ਹੈ, ਬੂਝੈ ਕੋ ਵਿਚਾਰੀ। ਕੋ ਵਿਚਾਰੀ ਦਾ ਮਤਲਬ ਕੋਈ ਵਿਚਾਰਵਾਨ, ਗੁਣਨਾ ਦਾ ਮਤਲਬ ਹੁੰਦਾ ਹੈ ਵਿਚਾਰਨਾ, ਨਾਮ ਦਾ ਮਤਲਬ ਹੁਕਮ। ਸਿਰਫ ਪ੍ਰਭੂ ਦਾ ਹੁਕਮ ਹੀ ਪੜਨ ਔਰ ਵਿਚਾਰਨ ਯੋਗ ਹੈ। ਜੇ ਕੁਝ ਪੜਨਾ ਹੈ ਨਾ ਤਾਂ ਹੁਕਮ ਔਰ ਰਜ਼ਾ ਬਾਰੇ ਪੜੋ ਕਿ ਹੁਕਮ ਕੀ ਹੈ, ਰਜ਼ਾ ਕੀ ਹੈ, ਹੁਕਮ ਵਿੱਚ ਤੁਰਨ ਦੇ ਲਾਭ ਕੀ ਨੇ, ਹੁਕਮ ਵਿੱਚ ਨਾ ਤੁਰਨ ਦੇ ਨੁਕਸਾਨ ਕੀ ਨੇ। ਜੇ ਪੜਨਾ ਹੈ ਤੇ ਇਹ ਪੜੋ, ਮਤਲਬ ਪੜ ਕੇ ਰੱਬੀ ਹੁਕਮ ਵਿੱਚ ਤੁਰੋ। ਜੇ ਵਿਚਾਰ ਕਰਨੀ ਹੈ ਤਾਂ ਵਿਚਾਰ ਕਰਨੀ ਹੈ ਤਾਂ ਵਰਤਨ ਰਾਤੇ ਸਰਾਧਾਂ ਦੀ ਵਿਚਾਰਨਾ ਕਰਦੇ ਰਹੋ ਕਿ ਵਰਤ ਰੱਖਣ ਨਾਲ ਕੀ ਫਾਇਦਾ ਹੋਏਗਾ, ਨਰਾਤੇ ਰੱਖਣ ਨਾਲ ਕੀ ਫਾਇਦਾ ਹੋਏਗਾ। ਜੇ ਵਿਚਾਰ ਕਰਨੀ ਹੈ ਤੇ ਹੁਕਮ ਦੀ ਵਿਚਾਰ ਕਰੋ। ਵਿਚਾਰਨ ਯੋਗ ਇੱਕ ਹੁਕਮ ਹੈ। ਹੁਕਮ ਦਾ ਮਤਲਬ ਲਾ ਆਫ ਨੇਚਰ, ਹੁਕਮ ਦਾ ਮਤਲਬ ਰੱਬੀ ਰਜ਼ਾ ਪਾਣਾ। ਜੇ ਹੁਣ ਰੱਬੀ ਰਜ਼ਾ ਪਾਣੇ ਔਰ ਹੁਕਮ ਬਾਰੇ, ਲਾ ਆਫ ਨੇਚਰ ਬਾਰੇ ਵਿਚਾਰ ਕੀਤੀ ਜਾਏ ਤੇ ਜਿਨ੍ਹਾਂ ਸਾਇੰਟਿਸਟਾਂ ਨੇ, ਵਿਗਿਆਨਕਾਂ ਨੇ ਵਿਚਾਰਾਂ ਕੀਤੀਆਂ ਨੇ, ਉਹਨਾਂ ਨੇ ਕਿੰਨਾ ਕੁਝ ਖੋਜ ਕੇ ਸਾਡੇ ਸਾਹਮਣੇ ਰੱਖਿਆ ਹੈ, ਕਿਉਂਕਿ ਉਹਨਾਂ ਨੇ ਹੁਕਮ ਨੂੰ ਸਮਝਿਆ। ਧਾਰਮਿਕ ਦੁਨੀਆ ਅੰਦਰ ਜਾਂ ਸਮਾਜਿਕ ਜ਼ਿੰਦਗੀ ਜੀਣ ਲਈ, ਰਾਜਨੀਤਿਕ ਜ਼ਿੰਦਗੀ ਜੀਣ ਲਈ, ਆਮ ਜੋ ਜੀਵਨ ਹੈ ਇਹਦੇ ਵਾਸਤੇ ਜਿਨ੍ਹਾਂ ਨੇ ਹੁਕਮ ਨੂੰ ਸਮਝਿਆ ਹੈ, ਗੁਰੂ ਸਾਹਿਬਾਨ ਨੇ, ਭਗਤ ਜਨ ਨੇ, ਉਹਨਾਂ ਨੇ ਰੱਬੀ ਰਜ਼ਾ ਨੂੰ ਸਮਝਿਆ, ਰੱਬ ਰਜ਼ਾ ਨੂੰ ਸਮਝ ਕੇ ਜ਼ਿੰਦਗੀ ਜੀਵੀ ਹੈ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣ ਦਾ ਆਦੇਸ਼ ਔਰ ਉਪਦੇਸ਼ ਕੀਤਾ ਹੈ, ਤਾਂ ਕਿਹੜਾ ਵੱਡਾ ਉੱਚਾ ਆਦਰਸ਼ਕ ਜੀਵਨ ਜੀਵਿਆ ਹੈ। ਇਸ ਲਈ ਮੇਨ ਚੀਜ਼ ਹੈ ਪ੍ਰਭੂ ਦੇ ਹੁਕਮ ਦੀ ਵਿਚਾਰ ਕਰਨੀ, ਪ੍ਰਭੂ ਦੇ ਹੁਕਮ ਬਾਰੇ ਪੜ੍ਹਨਾ, ਸਮਝਣਾ, ਜਾਣਨਾ। ਪਰ ਇਸ ਗੱਲ ਨੂੰ ਬੂਝੈ ਕੋ ਵਿਚਾਰੀ, ਕੋਈ ਵਿਚਾਰਵਾਨ ਬੰਦਾ ਸਮਝਦਾ ਇਸ ਗੱਲ ਨੂੰ, ਆਮ ਬੰਦਾ ਇਹਨੂੰ ਸਮਝ ਨਹੀਂ ਪਾਉਂਦਾ। ਆਮ ਬੰਦਾ ਤਾਂ ਹੋਰ ਪੁੱਠੇ ਪੁੱਠੇ ਕੰਮਾਂ ਵਾਲੇ ਪਾਸੇ, ਧਾਰਮਿਕ ਦੁਨੀਆ ਵਿੱਚ ਵੇਖ ਲਓ ਕਿੰਨੇ ਸਾਰੇ ਕਰਮ ਕਾਂਡ ਨੇ, ਆਮ ਲੋਕ ਤਾਂ ਉਹਨਾਂ ਵਿੱਚ ਹੀ ਫਸੇ ਹੋਏ ਨੇ। ਰਜ਼ਾ ਪਾਣੇ ਨੂੰ ਸਮਝਣ ਵਾਲੇ ਕੁਝ ਵਿਚਾਰਵਾਨ ਲੋਕ ਨੇ ਜੋ ਇਸ ਚੀਜ਼ ਨੂੰ ਪੜ੍ਹਦੇ ਨੇ, ਵਿਚਾਰਦੇ ਨੇ। ਮਹਿਲਾ ਤੀਜਾ, ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੇ। ਕਿਆ ਕੀਜੇ ਦਾ ਮਤਲਬ ਕੀ ਕਰ ਸਕਦੇ ਹਾਂ, ਕੀ ਕੀਤਾ ਜਾ ਸਕਦਾ ਹੈ। ਕੋਈ ਨਾ ਨੁੱਕਰ ਹੋ ਸਕਦੀ ਹੈ। ਹਰ ਹੁਕਮ ਪਾਇਆ ਦਾ ਮਤਲਬ ਰੱਬ ਦਾ ਹੁਕਮ ਹੈ, ਮਤਲਬ ਕੁਦਰਤ ਦਾ ਨਿਯਮ ਹੈ, ਲਾ ਆਫ ਨੇਚਰ ਹੈ। ਨਾਂਗੇ ਆਵਣਾ ਨਾਂਗੇ ਜਾਣਾ, ਕਿ ਜਿਹੜਾ ਬੰਦਾ ਇੱਥੇ ਆਇਆ ਹੈ ਉਹਨੇ ਨੰਗੇ ਹੀ ਆਉਣਾ ਹੈ ਤੇ ਨੰਗੇ ਹੀ ਚਲੇ ਜਾਣਾ ਹੈ। ਮਤਲਬ ਨਾ ਕੁਛ ਚੀਜ਼ ਲੈ ਕੇ ਆਇਆ, ਨਾ ਕੁਛ ਚੀਜ਼ ਲੈ ਕੇ ਜਾਏਗਾ। ਜਿਵੇਂ ਜਨਮਿਆ ਉਵੇਂ ਉਹਨੇ ਮਰ ਜਾਣਾ। ਨਾ ਕੋਈ ਚੀਜ਼ ਨਾਲ ਆਈ, ਨਾ ਕੋਈ ਚੀਜ਼ ਨਾਲ ਗਈ। ਤਾਂ ਫਿਰ ਜਿਹੜਾ ਵਿੱਚ ਜੀਵਨ ਹੈ ਇਹਦੇ ਵਿੱਚ ਗੜਬੜ ਕਰਨ ਦੀ ਕੀ ਲੋੜ ਹੈ, ਜਦੋਂ ਇੱਥੇ ਰਹਿਣਾ ਹੀ ਨਹੀਂ, ਚਲੇ ਹੀ ਜਾਣਾ ਹੈ। ਜਿਵੇਂ ਆਪਾਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੰਦੇ ਨੂੰ ਘਰ ਦੇ ਵਿੱਚੋਂ ਪਹਿਲਾ ਕੱਪੜਾ ਮਿਲਦਾ ਹੈ ਲੰਗੋਟ, ਤੇ ਲੰਗੋਟ ਨੂੰ ਜੇਬ ਨਹੀਂ ਹੁੰਦੀ, ਤੇ ਬੰਦੇ ਨੂੰ ਅਖੀਰਲਾ ਕੱਪੜਾ ਘਰ ਦੇ ਵਿੱਚੋਂ ਮਿਲਦਾ ਹੈ ਕਫਨ, ਤੇ ਜੇਬ ਕਫਨ ਨੂੰ ਵੀ ਨਹੀਂ ਹੁੰਦੀ। ਉੱਥੇ ਕਿਹੜਾ ਮੋਬਾਈਲ ਲੈ ਕੇ ਜਾਣਾ ਹੁਣ ਅੱਗੇ, ਜਾਂ ਉੱਥੇ ਕਾਰਡ ਕੰਮ ਆਉਣੇ ਨੇ। ਫਰਕ ਸਿਰਫ ਇੰਨਾ ਹੁੰਦਾ ਵੀ ਗਰੀਬ ਬੰਦੇ, ਮੇਰੇ ਵਰਗਾ ਮਰੇਗਾ ਤੇ ਉਹਨੂੰ ਕਫਨ ਖੱਦਰ ਖੁੱਦਰ ਦਾ ਜਿਵੇਂ ਦਾ ਮਰਜ਼ੀ ਪੈ ਜਾਏਗਾ, ਸਸਤਾ ਜਿਹਾ। ਤੇ ਜੇ ਕੋਈ ਅਮੀਰ ਮਰੇਗਾ ਤੇ ਉਹਨੂੰ ਰੇਸ਼ਮ ਦੇ ਕੱਪੜੇ ਪਾ ਦੋਗੇ, ਹੋਰ ਕੀ। ਮੇਰੇ ਵਰਗਾ ਮਰੇਗਾ, ਸਸਤਾ ਜਿਹਾ ਡੱਬਾ ਹੋਏਗਾ, ਤੇ ਜੇ ਕੋਈ ਅਮੀਰ ਮਰੇਗਾ ਉਹਦੇ ਲਈ ਡੱਬਾ ਮਹਿੰਗਾ ਖਰੀਦ ਲੋਗੇ। ਮੇਰੇ ਵਰਗੇ ਨੂੰ ਲੱਕੜਾਂ ਵਿੱਚ, ਪਾਥੀਆਂ ਵਿੱਚ ਸਾੜ ਦਿੱਤਾ ਜਾਏਗਾ, ਤੇ ਅਮੀਰ ਨੂੰ ਚੰਦਨ ਵਿੱਚ ਸਾੜ ਦੋਗੇ, ਸਾੜ ਉਹਨੇ ਵੀ ਜਾਣਾ, ਗਰੀਬ ਨੇ ਵੀ ਜਾਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਗਤ ਵਿੱਚ ਹਰੇਕ ਜੀਵ ਖਾਲੀ ਹੱਥੀ ਆਉਂਦਾ ਹੈ, ਖਾਲੀ ਚਲਾ ਜਾਂਦਾ ਹੈ। ਪ੍ਰਭੂ ਦਾ ਇਹ ਹੁਕਮ ਹੈ, ਇਹਦੇ ਵਿੱਚ ਕੋਈ ਨਾ ਨੁਕਰ ਨਹੀਂ ਕੀਤੀ ਜਾ ਸਕਦੀ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਸਿਸਟਮ ਹੈ, ਸਾਰਿਆਂ ਤੇ ਲਾਗੂ ਹੈ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸੇ ਸੋ ਕੀਜੇ। ਇਹ ਜਿੰਦ ਜਿਸ ਪ੍ਰਭੂ ਦੀ ਦਿੱਤੀ ਹੈ ਉਹ ਇਹਨੂੰ ਵਾਪਸ ਲੈ ਲੈਂਦਾ ਹੈ। ਹੁਣ ਕਿਸੇ ਦੇ ਨਾਲ ਕੀ ਗਿਲਾ ਕੀਤਾ ਜਾ ਸਕਦਾ ਹੈ। ਰੱਬ ਦੇ ਹੁਕਮ ਵਿੱਚ, ਸਿਸਟਮ ਵਿੱਚ ਹੀ ਬੰਦਾ ਪੈਦਾ ਹੋਇਆ ਨਾ, ਤੇ ਸਿਸਟਮ ਦੇ ਅੰਦਰ ਹੀ ਨਿਮਰ ਜਾਣਾ। ਕਿਹਦੇ ਅੱਗੇ ਰੋਸ ਕਰੋਗੇ? ਕੋਈ ਇਸ ਸਿਸਟਮ ਨੂੰ ਬਦਲ ਸਕਦਾ ਹੈ? ਅਸੀਂ ਜਿਵੇਂ ਜਿਵੇਂ ਹੌਲੇ ਹੌਲੇ ਸਾਡਾ ਸਰੀਰ ਨਿੰਮਿਆ, ਜੰਮਿਆ, ਵਧਿਆ, ਹੌਲੇ ਹੌਲੇ ਵੱਧਦਾ ਚਲਾ ਗਿਆ, ਸਿਸਟਮ ਵਿੱਚ ਨਾ ਵੱਧਦਾ ਜਾ ਰਿਹਾ, ਤੇ ਜਵਾਨੀ ਤੋਂ ਬਾਅਦ ਸਿਸਟਮ ਦੇ ਅੰਦਰ ਹੀ ਘਟਦਾ ਜਾਂਦਾ ਹੈ। ਹੁਣ ਸੈੱਲਾਂ ਦੀ ਗਿਣਤੀ ਘਟਦੀ ਗਈ ਨਾ, ਹੁਣ ਅਸੀਂ ਜਿੰਨੇ ਵੀ 60+ ਆ,
ਤਾਂ ਹੁਣ ਇਹ ਘਟਦਾ ਜਾ ਰਿਹਾ ਹੈ ਤੇ ਅਖੀਰ ਘਟਦੇ ਨੇ ਇੱਕ ਦਿਨ ਘਟ ਜਾਣਾ ਹੈ। ਤੇ ਇਹਦੇ ਵਿੱਚ ਕੀ ਕੋਈ ਗਿਲਾ ਗੁਜ਼ਾਰੀ ਕਰ ਸਕਦੇ, ਕਿਸੇ ਬਾਬੇ ਨੂੰ ਕਹਿ ਸਕਦੇ ਹਾਂ ਬਾਬਾ ਜੀ ਤੁਸੀਂ ਹੁਕਮ ਬਦਲ ਦਿਓ, ਸਾਨੂੰ ਜਵਾਨ ਬਣਾ ਦਿਓ ਦੁਬਾਰਾ? ਕਿਤੇ ਅੱਗੇ ਗਿਲਾ ਕਰ ਸਕਦੇ ਹੋ? ਕੋਈ ਗਿਲਾ ਕੀਤਾ ਹੀ ਨਹੀਂ ਜਾ ਸਕਦਾ ਕਿ ਸਿਸਟਮ ਹੈ ਨਾ ਸਾਰਿਆਂ ਤੇ ਲਾਗੂ ਹੈ। ਇਹਨੂੰ ਕਹਿੰਦੇ ਨੇ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ, ਜਿਹਦੀ ਜਿੰਦ ਹੈ ਉਹਨੇ ਲੈ ਲੈਣੀ ਹੈ। ਭਾਵ ਜਿਸ ਹੁਕਮ ਦੇ ਅੰਦਰ ਜੀਵਨ ਮਿਲਿਆ ਹੈ ਉਸੇ ਹੁਕਮ ਦੇ ਅੰਦਰ ਜੀਵਨ ਨੇ ਖਤਮ ਹੋ ਜਾਣਾ ਹੈ। ਇਸ ਬਾਰੇ ਕਿਸੇ ਅੱਗੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ। ਇਸ ਸਿਸਟਮ ਨੂੰ ਕੋਈ ਨਹੀਂ ਟਾਲ ਸਕਦਾ। ਗੁਰਮੁਖ ਹੋਵੇ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ। ਸਹਿਜੇ ਦਾ ਮਤਲਬ ਸਹਿਜ ਵਿੱਚ ਟਿਕ ਕੇ, ਰਸ ਪੀਜੇ ਦਾ ਮਤਲਬ ਰਸ ਦਾ ਆਨੰਦ ਮਾਣਦਾ। ਇਸ ਲਈ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਹੈ ਨਾ, ਸੋ ਭਾਣਾ ਮੰਨੇ, ਉਹ ਰੱਬ ਦੀ ਰਜ਼ਾ ਨੂੰ ਮੰਨਦਾ ਹੈ। ਸਾਰੀ ਜ਼ਿੰਦਗੀ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ। ਉਹਨੂੰ ਪਤਾ ਹੈ ਜਨਮ ਔਰ ਜੀਵਨ ਔਰ ਮੌਤ ਇਹ ਸਾਰਾ ਕੁਝ ਰਜ਼ਾ ਦੇ ਵਿੱਚ ਹੈ। ਔਰ ਰਜ਼ਾ ਦੇ ਵਿੱਚ ਰਹਿੰਦਾ ਹੋਇਆ ਆਤਮਿਕ ਅਡੋਲਤਾ ਵਿੱਚ ਟਿਕ ਕੇ ਹਰੀ ਦਾ ਰਸ ਦਾ ਆਨੰਦ ਮਾਣਦਾ ਹੈ। ਆਤਮਿਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਹਰ ਰਸ ਪੀਜੇ ਦਾ ਮਤਲਬ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ, ਤੇ ਉਹ ਇਹਨਾਂ ਗੁਣਾਂ ਦਾ ਆਨੰਦ ਮਾਣਦਾ। ਸਾਰੀ ਜ਼ਿੰਦਗੀ ਰਜ਼ਾ ਦੇ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦੇ ਵਿੱਚ ਜੀਂਦਾ ਹੈ, ਰੱਬੀ ਗੁਣਾਂ ਦਾ ਆਨੰਦ ਮਾਣਦਾ। ਉਹਦੇ ਜੀਵਨ ਵਿੱਚ ਆਨੰਦ ਬਣਿਆ ਰਹਿੰਦਾ ਹੈ। ਉਹ ਆਪਣੇ ਜੀਵਨ ਨੂੰ ਹੁਕਮ ਦੇ ਅੰਦਰ ਗੁਜ਼ਾਰਦਾ ਹੈ। ਦੇਖੋ ਕਿੰਨਾ ਸੁੰਦਰ ਫਾਰਮੂਲਾ ਹੈ ਜ਼ਿੰਦਗੀ ਨੂੰ ਬਿਤਾਉਣ ਦਾ, ਜ਼ਿੰਦਗੀ ਨੂੰ ਜੀਣ ਦਾ। ਪਰ ਲੋੜ ਤਾਂ ਜੀਵਨ ਦੀ ਸੀ, ਤੇ ਇਹ ਜੀਵਨ ਤਾਂ ਮਿਲੇਗਾ ਜੇ ਸਾਡੀ ਸੋਚ ਕਰਮ ਕਾਂਡਾਂ ਤੋਂ ਉੱਤੇ ਉੱਠੇਗੀ। ਅਸੀਂ ਕਰਮ ਕਾਂਡਾਂ ਤੱਕ ਫਸ ਗਏ ਬਹੁਤੇ ਲੋਕ, ਕਿ ਇਹ ਕਰ ਲਓ, ਇਹ ਪਾਠ ਕਰ ਲਓ, ਇਹ ਪੂਜਾ ਕਰ ਲਓ, ਇਹ ਦਾਨ ਕਰ ਲਓ ਤੇ ਸੁੱਖ ਮਿਲ ਜਾਏਗਾ। ਦੇਖੋ ਪਾਠ ਕਰਨਾ ਹੈ ਤੇ ਪਾਠ ਨੂੰ ਸਮਝਣਾ ਹੈ, ਪਾਠ ਤੇ ਅਮਲ ਕਰਨਾ ਹੈ, ਫਿਰ ਸਾਨੂੰ ਇਹ ਆਨੰਦ ਮਿਲੇਗਾ। ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਨੇ ਉਹ ਆਤਮਿਕ ਅਡੋਲਤਾ ਵਿੱਚ ਟਿਕੇ, ਗੁਣਾਂ ਦਾ ਆਨੰਦ ਮਾਣਦੇ, ਰੱਬੀ ਰਜ਼ਾ ਵਿੱਚ ਜੀਵਨ ਜੀਂਦੇ ਨੇ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਪਾਤਸ਼ਾਹ ਦੱਸ ਰਹੇ ਨੇ, ਨਾਨਕ ਸੁਖ ਦਾਤਾ ਸਦਾ ਸਲਾਹਿਓ। ਸਲਾਹਿਓ ਦਾ ਮਤਲਬ ਸਿਫਤ ਸਲਾਹ ਕਰੋ। ਰਸਨਾ ਰਾਮ ਰਵੀਜੈ, ਰਸਨਾ ਦਾ ਮਤਲਬ ਜੀਭ ਦੇ ਨਾਲ, ਰਵੀਜੇ ਦਾ ਮਤਲਬ ਬੋਲੋ, ਆਨੰਦ ਮਾਣੋ। ਹੇ ਨਾਨਕ ਸਦਾ ਸੁਖ ਦੇਣ ਵਾਲੇ ਪ੍ਰਭੂ ਦੇ ਗੁਣਾਂ ਨੂੰ ਯਾਦ ਕਰੋ, ਸਿਫਤ ਸਲਾਹ ਕਰੋ, ਗੁਣਾਂ ਦੇ ਧਾਰਨੀ ਹੋਵੋ। ਤੇ ਰਸਨਾ ਰਾਮ ਰਵੀਜੇ ਦਾ ਮਤਲਬ ਰਸਨਾ ਦੇ ਨਾਲ ਰੱਬੀ ਗੁਣਾਂ ਦੀ ਗੱਲ ਕਰੋ, ਰੱਬੀ ਗੁਣਾਂ ਦਾ ਆਨੰਦ ਵੀ ਮਾਣੋ, ਰੱਬੀ ਗੁਣਾਂ ਨੂੰ ਫੋਲੋ ਕਰੋ, ਇੰਪਲੀਮੈਂਟ ਕਰੋ, ਤੇ ਨਾਲ ਰਸਨਾ ਦੇ ਨਾਲ ਵੀ ਗੁਣਾਂ ਵਾਲੀ ਗੱਲ ਕਰੋ। ਮੇਨ ਚੀਜ਼ ਹੈ ਬੰਦੇ ਦੀ ਜ਼ਿੰਦਗੀ ਵਿੱਚ ਆਪਣੀ ਜ਼ਬਾਨ ਤੇ ਕੰਟਰੋਲ ਕਰ ਲੈਣਾ। ਜੇ ਜ਼ਬਾਨ ਦੇ ਨਾਲ ਹਰ ਬੰਦਾ ਸੱਚੇ, ਮਿੱਠੇ, ਪਿਆਰੇ ਔਰ ਨਿਮਰਤਾ ਵਾਲੇ ਬੋਲ ਬੋਲਣੇ ਸ਼ੁਰੂ ਕਰ ਦੇ ਨਾ, ਤਾਂ ਇਹਦੀਆਂ ਕਿੰਨੀਆਂ ਸਮੱਸਿਆਵਾਂ ਹੱਲ ਹੋ ਜਾਣ। ਇਹਦੀਆਂ ਸਮੱਸਿਆਵਾਂ ਪੈਦਾ ਹੀ ਨਾ ਹੋਣ। ਇਹਦੀ ਜ਼ਬਾਨ ਨੇ ਸਮੱਸਿਆਵਾਂ ਪੈਦਾ ਕੀਤੀਆਂ ਹੋਈਆਂ ਨੇ, ਇਹਦੇ ਬਿਹੇਵੀਅਰ ਨੇ ਸਮੱਸਿਆਵਾਂ ਪੈਦਾ ਕੀਤੀਆਂ ਹੋਈਆਂ ਨੇ। ਨਹੀਂ ਤੇ ਸਮੱਸਿਆਵਾਂ ਹੈ ਨਹੀਂ। ਜ਼ਿੰਦਗੀ ਇੰਨੀ ਕੰਪਲਿਕੇਟ ਹੈ ਨਹੀਂ ਜਿੰਨੀ ਅਸੀਂ ਬਣਾ ਲਈਏ। ਤਾਂ ਗੁਰੂ ਜੀ ਕਹਿੰਦੇ ਨੇ, ਪਿਆਰਿਓ ਸਦਾ ਰੱਬੀ ਗੁਣਾਂ ਦੀ ਧਾਰਨੀ ਹੋਵੋ ਔਰ ਜ਼ਬਾਨ ਦੇ ਨਾਲ ਰੱਬੀ ਗੁਣਾਂ ਦੀ ਗੱਲ ਕਰੋ। ਪੌੜੀ ਗੜ ਕਾਇਆ ਸ਼ਿੰਗਾਰ ਬਹੁ ਭਾਂਤ ਬਣਾਈ। ਗੜ ਦਾ ਮਤਲਬ ਕਿਲੇ ਉੱਤੇ, ਅੜਾੜੇ ਨਾਲ ਸਿਹਾਰੀ ਹੈ ਨਾ, ਕਿਲੇ ਤੇ। ਕਾਇਆ ਸ਼ਿੰਗਾਰ ਯਾਨੀ ਸਰੀਰ ਦੇ ਉੱਤੇ ਸ਼ਿੰਗਾਰ ਲਾਣੇ। ਬਹੁ ਭਾਂਤ ਦਾ ਮਤਲਬ ਕਈ ਕਿਸਮਾਂ ਦੇ। ਜੋ ਮਾਇਆਧਾਰੀ ਮਨੁੱਖ ਹੈ, ਮਾਇਆਧਾਰੀ ਦਾ ਮਤਲਬ ਅਮੀਰ ਨਹੀਂ, ਜਿਹਦੀ ਸੋਚ ਮਾਇਆ ਵਾਲੀ ਹੈ, ਚਾਹੇ ਉਹ ਧਨ ਕਰਕੇ ਅਮੀਰ ਜਾਂ ਗਰੀਬ ਕੋਈ ਵੀ ਹੈ, ਜੋ ਰੱਬੀ ਰਜ਼ਾ ਵਿੱਚ ਨਹੀਂ ਚੱਲ ਰਿਹਾ, ਜੋ ਰੱਬੀ ਗੁਣਾਂ ਦਾ ਧਾਰਨੀ ਨਹੀਂ, ਉਹ ਇਨਸਾਨ ਸਰੀਰ ਰੂਪ ਕਿਲੇ ਉੱਤੇ ਕਈ ਕਿਸਮ ਦੇ ਸ਼ਿੰਗਾਰ ਬਣਾਉਂਦੇ ਨੇ। ਸਰੀਰ ਕਿਲੇ ਤੇ ਸ਼ਿੰਗਾਰ ਲਾਉਂਦੇ ਨੇ। ਜੋ ਆਮ ਦੁਨਿਆਵੀ ਲੋਕ ਨੇ, ਸੱਚ ਨਾਲੋਂ ਟੁੱਟੇ ਨੇ, ਉਹ ਸਾਰਾ ਜ਼ੋਰ ਸਰੀਰ ਸ਼ਿੰਗਾਰਨ ਤੇ ਲਾ ਰਹੇ ਨੇ। ਬ੍ਰਾਂਡਡ ਕੱਪੜੇ ਜਾਂ ਮੇਕਅਪ ਵਗੈਰਾ, ਔਰਤਾਂ ਨੇ ਜਾਂ ਬੰਦੇ ਨੇ, ਕੋਈ ਵੀ ਨੇ, ਸਰੀਰ ਸ਼ਿੰਗਾਰਨ ਤੇ ਜ਼ੋਰ ਲਗਾਇਆ। ਤੇ ਜਿਹੜੇ ਸੱਚ ਦੇ ਨਾਲੋਂ ਟੁੱਟੇ ਹੋਏ ਧਾਰਮਿਕ ਨੇ, ਉਹਨਾਂ ਨੇ ਵੀ ਸਰੀਰ ਸ਼ਿੰਗਾਰਨ ਤੇ ਜ਼ੋਰ ਲਗਾਇਆ ਹੈ ਕਿ ਧਾਰਮਿਕ ਪਹਿਨਾਵੇ ਪਹਿਨਣੇ ਨੇ, ਅਲੱਗ-ਅਲੱਗ ਰੰਗਾਂ ਦੇ ਚੋਲੇ ਪਹਿਨਣੇ ਨੇ, ਅਲੱਗ-ਅਲੱਗ ਭੇਖ ਧਾਰਨ ਕਰਨੇ ਨੇ,
ਸਾਰੇ ਦਾ ਸਾਰਾ ਜ਼ੋਰ ਸਰੀਰ ਤੇ ਲੱਗਾ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮਾਇਆਧਾਰੀ ਸਰੀਰ ਰੂਪ ਕਿਲੇ ਉੱਤੇ ਕਈ ਤਰ੍ਹਾਂ ਦੇ ਸ਼ਿੰਗਾਰ ਬਣਾਉਂਦੇ ਨੇ। ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ। ਰੰਗ ਪਰੰਗ ਦਾ ਮਤਲਬ ਰੰਗ ਬਰੰਗੇ, ਕਤੀਫਿਆ ਦਾ ਮਤਲਬ ਹੈ ਰੇਸ਼ਮੀ ਕੱਪੜੇ, ਤੇ ਧਰਮਾਈ ਸ਼ਬਦ ਦਾ ਮਤਲਬ ਹੈ ਮਾਇਆਧਾਰੀ। ਮਾਇਆਧਾਰੀ ਬੰਦੇ ਰੰਗ ਬਰੰਗੇ ਰੇਸ਼ਮੀ ਕੱਪੜੇ ਪਹਿਨਦੇ ਨੇ, ਰੰਗ ਬਰੰਗੇ ਕੱਪੜੇ ਰੋਜ਼ ਨਵੇਂ, ਨਵੇਂ ਤੋਂ ਨਵੇਂ, ਨਵੇਂ ਚੋਲੇ, ਨਵੇਂ ਬਾਣੇ, ਨਵੇਂ ਪਹਿਨਾਵੇ। ਜਿਹੜੇ ਧਾਰਮਿਕ ਲੋਕ ਨੇ, ਮਤਲਬ ਅਖੌਤੀ ਧਾਰਮਿਕ, ਜਿਹੜੇ ਧਰਮ ਦਾ ਸਿਰਫ ਭੇਖ ਧਾਰਨ ਕਰੀ ਫਿਰਦੇ ਨੇ, ਅੰਦਰ ਧਰਮ ਨਹੀਂ, ਅੰਦਰ ਸੱਚ ਨਹੀਂ, ਉਹਨਾਂ ਦੀ ਗੱਲ ਹੈ। ਤੇ ਦੁਨਿਆਵੀ ਤੌਰ ਤੇ ਵੀ ਜਿਹੜੇ ਆਮ ਲੋਕ ਨੇ, ਜਿਹੜੇ ਸੱਚ ਨਾਲ ਉੱਤੇ ਟੁੱਟੇ ਨੇ, ਲੇਕਿਨ ਬਾਹਰੋਂ ਬੜੇ ਬੀਬੇ ਰਾਣੇ ਬਣੇ ਨੇ, ਮਹਿੰਗੇ ਮਹਿੰਗੇ ਕੱਪੜੇ ਪਾ ਕੇ, ਚੰਗੇ ਚੰਗੇ ਮੇਕਅਪ ਕਰਕੇ। ਲਾਲ ਸੁਪੇਦ ਦੁਲੀਚਿਆਂ ਬਹੁ ਸਭਾ ਬਣਾਈ। ਸਫੇਦ ਦਾ ਮਤਲਬ ਚਿੱਟੇ, ਸੁਪੇਦ ਚਿੱਟੇ, ਦੁਲੀਚਿਆ ਦਾ ਮਤਲਬ ਗਲੀਚੇ, ਸਭਾ ਦਾ ਮਤਲਬ ਮਜਲਸ। ਲਾਲ ਤੇ ਚਿੱਟੇ ਦਲੀਚਿਆਂ ਤੇ ਬੈਠ ਕੇ ਬੜੀਆਂ ਮਜਲਸਾਂ ਲਾਉਂਦੇ ਨੇ, ਸਭਾਵਾਂ ਕਰਦੇ। ਸੱਚ ਨਾਲੋਂ ਟੁੱਟੇ ਹੋਏ ਨੇ, ਚਾਹੇ ਉਹ ਰਾਜਨੀਤਿਕ ਨੇ, ਜਾਂ ਉਹ ਅਮੀਰ ਬੰਦੇ ਨੇ, ਆਮ ਜ਼ਿੰਦਗੀ ਜੀਣ ਵਾਲੇ ਨੇ, ਜਾਂ ਉਹ ਧਾਰਮਿਕ ਲੋਕ ਨੇ ਜਿਹੜੇ ਸੱਚ ਨਾਲੋਂ ਟੁੱਟੇ ਨੇ, ਲੇਕਿਨ ਉਹ ਸਭਾਵਾਂ ਲਾ ਰਹੇ ਨੇ, ਲਾਲ ਚਿੱਟੇ ਦਲੀਚਿਆਂ ਤੇ ਬੈਠ ਬੈਠ ਕੇ ਬੜੀਆਂ ਮੀਟਿੰਗਾਂ ਕਰ ਰਹੇ। ਅਗਲਾ ਬਚਨ ਕਰਦੇ ਨੇ, ਦੁੱਖ ਖਾਣਾ ਦੁੱਖ ਭੋਗਣਾ, ਗਰਬੈ ਗਰਬਾਈ। ਗਰਬੈ ਦਾ ਮਤਲਬ ਗਰਭ ਵਿੱਚ, ਅਹੰਕਾਰ ਵਿੱਚ, ਗਰਬਾਈ ਦਾ ਮਤਲਬ ਅਹੰਕਾਰ ਵਿੱਚ ਹੀ ਆਕੜੇ ਰਹਿੰਦੇ ਨੇ। ਹੁਣ ਇਹਨਾਂ ਸਾਰੀਆਂ ਚੀਜ਼ਾਂ ਤੇ ਆਕੜ ਕਰਦੇ ਨੇ, ਹੰਕਾਰ ਕਰਦੇ ਨੇ ਕਿ ਮੇਰਾ ਪਹਿਨਾਵਾ ਤੇਰੇ ਨਾਲੋਂ ਚੰਗਾ ਹੈ, ਮੇਰੇ ਮਹਿਲ ਮਾੜੀਆਂ ਤੇਰੇ ਨਾਲੋਂ ਚੰਗੀਆਂ ਨੇ, ਹੰਕਾਰ ਦੇ ਅੰਦਰ ਆਫਰੇ ਹੋਏ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਮਨੁੱਖ ਰੱਬੀ ਰਜਾ ਵਿੱਚ ਨਹੀਂ ਤੁਰਦੇ, ਅਹੰਕਾਰ ਵਿੱਚ ਹੀ ਆਕੜੇ ਰਹਿੰਦੇ ਨੇ, ਇਸ ਵਾਸਤੇ ਉਹਨਾਂ ਨੂੰ ਖਾਣ ਔਰ ਭੋਗਣ ਵਾਸਤੇ ਸਿਰਫ ਦੁੱਖ ਮਿਲਦਾ ਹੈ। ਦੁੱਖ ਖਾਣਾ ਦੁੱਖ ਭੋਗਣਾ, ਉਹਨਾਂ ਨੂੰ ਖਾਣ ਪੀਣ ਵਾਸਤੇ, ਖਾਣ ਭੋਗਣ ਵਾਸਤੇ ਦੁੱਖ ਮਿਲ ਰਿਹਾ ਹੈ। ਯਾਨੀ ਉਹ ਹਮੇਸ਼ਾ ਮਾਨਸਿਕ ਪਰੇਸ਼ਾਨੀਆਂ ਹੰਢਾਉਂਦੇ ਨੇ। ਐਸੇ ਲੋਕ ਦੁਖੀ ਰਹਿੰਦੇ ਨੇ, ਔਰ ਕੇਵਲ ਆਪ ਦੁਖੀ ਨਹੀਂ ਰਹਿੰਦੇ, ਸਮਾਜ ਦੇ ਅੰਦਰ ਉਹ ਦੁੱਖ ਪੈਦਾ ਕਰਦੇ ਨੇ। ਐਸੇ ਲੋਕਾਂ ਕਰਕੇ ਸਮਾਜ ਅੰਦਰ ਦੁੱਖ ਹੈ। ਜਿਨ੍ਹਾਂ ਨੇ ਸੱਚ ਨੂੰ ਛੱਡਿਆ ਹੈ, ਜੋ 2 ਨੰਬਰ ਦੇ ਧੰਦੇ ਕਰ ਰਹੇ ਨੇ, ਉਹਨਾਂ ਕਰਕੇ ਸਮਾਜ ਦੁਖੀ ਹੈ। ਸੱਚੇ ਲੋਕਾਂ ਕਰਕੇ ਥੋੜਾ ਦੁਖੀ, ਇਮਾਨਦਾਰਾਂ ਕਰਕੇ ਥੋੜਾ ਦੁਖੀ ਹੈ। ਹੁਣ ਤੁਸੀਂ ਆਪੋ ਆਪਣੇ ਘਰਾਂ ਨੂੰ ਲੋਕ ਲਾ ਕੇ ਆਏ ਹੋ ਨਾ, ਲਾ ਕੇ ਆਉਣੇ ਵੀ ਚਾਹੀਦੇ ਨੇ। ਤੇ ਲੋਕ ਕਿਉਂ ਲਾਣੇ ਪੈ ਰਹੇ ਨੇ? ਇਸ ਕਰਕੇ ਕਿ ਚੋਰ ਚੋਰੀ ਨਾ ਕਰਕੇ ਲੈ ਜਾਏ। ਹੁਣ ਗਾਵਾਂ ਮੱਝਾਂ ਨੇ ਤੇ ਚੋਰੀ ਕਰਨੀ ਨਹੀਂ, ਉਹ ਤੇ ਬਾਹਰੋਂ ਕੁੰਡਾ ਲਾਇਆ, ਕੁੱਤਾ ਬਿੱਲੀ ਅੰਦਰ ਨਹੀਂ ਵੜੇਗਾ, ਮੁੱਕਿਆ ਕੰਮ। ਪਰ ਸਿਕਿਉਰਿਟੀ ਕੈਮਰੇ, ਸਿਕਿਉਰਿਟੀ ਅਲਾਰਮ, ਜਾਂ ਹੋਰ ਜੋ ਤਾਲੇ ਨੇ ਵੱਡੇ ਵੱਡੇ, ਉਹ ਤੇ ਬੰਦਿਆਂ ਕਰਕੇ ਲਾਣੇ ਪੈ ਰਹੇ ਨੇ। ਆ ਜਿੰਨੇ ਵੀ ਦੇਸ਼ ਨੇ, ਇਹਨਾਂ ਨੇ ਮਿਲਟਰੀ ਰੱਖੀ ਹੈ, ਫੌਜਾਂ ਰੱਖੀਆਂ ਨੇ, ਪਰਮਾਣੂ ਬੰਬ ਤੇ ਹਾਈਡਰੋਜਨ ਬੰਬ ਬਣਾਏ ਨੇ ਕੁੱਤਿਆਂ ਬਿੱਲਿਆਂ ਵਾਸਤੇ ਥੋੜਾ, ਕਿ ਪਾਕਿਸਤਾਨ ਦੇ ਕੁੱਤੇ ਇੰਡੀਆ ਜਾਂ ਇੰਡੀਆ ਦੀਆਂ ਗਾਵਾਂ ਪਾਕਿਸਤਾਨ ਦਾ ਨਾ ਜਾ ਵੜਨ, ਤੇ ਬੰਦਿਆਂ ਵਾਸਤੇ ਬਣਾਏ ਨੇ। ਇਹਦਾ ਮਤਲਬ ਖਤਰਨਾਕ ਬੰਦਾ ਹੈ ਨਾ। ਤੇ ਖਾਣ ਵਾਸਤੇ ਕੀ ਮਿਲ ਰਿਹਾ? ਦੁੱਖ ਕਿਉਂ ਭੋਗਣਾ ਪੈ ਰਿਹਾ? ਮਾੜੇ ਬੰਦਿਆਂ ਕਰਕੇ ਨਾ। ਪੁਲਿਸ ਇੰਨਾ ਕੁਛ ਕਿਉਂ ਕਰ ਰਹੀ ਹੈ? ਮਾੜੇ ਬੰਦਿਆਂ ਕਰਕੇ। ਪੁਲਿਸ ਜੇਲ੍ਹ ਕਿਉਂ ਭਰੀਆਂ ਪਈਆਂ ਨੇ? ਮਾੜੇ ਬੰਦਿਆਂ ਕਰਕੇ। ਸਮਾਜ ਕਿਉਂ ਦੁਖੀ ਹੈ? ਮਾੜੇ ਬੰਦਿਆਂ ਕਰਕੇ। ਤਾਂ ਜਿਹੜੇ ਲੋਕ ਸਿਰਫ ਅਹੰਕਾਰ ਦੇ ਅੰਦਰ ਹੀ ਰਹਿੰਦੇ ਨੇ, ਉਹਨਾਂ ਨੂੰ ਸਿਰਫ ਖਾਣ ਔਰ ਭੋਗਣ ਵਾਸਤੇ ਦੁੱਖ ਮਿਲਦਾ ਹੈ। ਉਸ ਸਮਾਜ ਸੰਸਾਰ ਦੇ ਅੰਦਰ ਦੁੱਖ ਫੈਲਿਆ ਰਹਿੰਦਾ। ਨਾਨਕ ਨਾਮ ਨਾ ਚੇਤਿਓ, ਅੰਤ ਲੈ ਛਡਾਈ। ਅੰਤ ਦਾ ਮਤਲਬ ਆਖਰ ਨੂੰ, ਨਾਮ ਦਾ ਮਤਲਬ ਰੱਬ ਦਾ ਹੁਕਮ, ਨਾ ਚੇਤਿਓ ਦਾ ਮਤਲਬ ਕਦੇ ਚੇਤੇ ਹੀ ਨਹੀਂ, ਕਦੇ ਚੇਤੇ ਵਿੱਚ ਆਇਆ ਹੀ ਨਹੀਂ। ਰੱਬੀ ਹੁਕਮ ਨੂੰ ਕਦੇ ਉਹਨਾਂ ਯਾਦ ਹੀ ਨਹੀਂ ਕੀਤਾ ਕਿ ਮੈਂ ਰੱਬੀ ਰਜਾ ਦੇ ਵਿੱਚ ਰਹਿਣਾ ਹੈ। ਰੱਬੀ ਗੁਣਾਂ ਨੂੰ ਕਦੇ ਯਾਦ ਹੀ ਨਹੀਂ ਕੀਤਾ ਕਿ ਮੈਂ ਰੱਬੀ ਰਜਾ ਮੁਤਾਬਕ ਜੀਣਾ ਹੈ, ਜਾਂ ਰੱਬੀ ਗੁਣਾਂ ਨੂੰ ਮੈਂ ਧਾਰ ਨਹੀਂ ਕਰਨਾ। ਇਹ ਤੇ ਕਦੇ ਚੇਤੇ ਹੀ ਨਹੀਂ, ਚੇਤੇ ਹੀ ਨਹੀਂ। ਅੰਤ ਲੈ ਛਡਾਈ, ਜਿਹੜਾ ਪ੍ਰਭੂ ਦਾ ਹੁਕਮ ਆਖਿਰ ਆਤਮਿਕ ਮੌਤ ਤੋਂ ਬਚਾ ਲੈਂਦਾ ਹੈ, ਉਸ ਰੱਬੀ ਹੁਕਮ ਦੇ ਨਾਲ ਤੇ ਬੰਦਾ ਜੁੜਿਆ ਹੀ ਨਹੀਂ। ਉਹਨੂੰ ਤੇ ਕਦੇ ਚੇਤੇ ਹੀ ਨਹੀਂ ਕੀਤਾ, ਤਾਂ ਜ਼ਿੰਦਗੀ ਵਿੱਚ ਸੁੱਖ ਕਿਵੇਂ ਆਏਗਾ? ਸ਼ਲੋਕ ਮਹਿਲਾ ਤੀਜਾ। ਸਹਿਜੇ ਸੁਖ ਸੁੱਤੀ ਸ਼ਬਦ ਸਮਾਏ। ਸਹਿਜੇ
ਸ਼ਬਦ ਸਮਾਏ ਦਾ ਮਤਲਬ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ, ਸੁਖ ਸੁੱਤੀ ਦਾ ਮਤਲਬ ਜਿਹੜੀ ਜੀਵ ਇਸਤਰੀ ਸੁਖ ਦੇ ਅੰਦਰ ਟਿਕ ਗਈ। ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ ਅਡੋਲ ਅਵਸਥਾ ਵਿੱਚ, ਸ਼ਾਂਤ ਅਵਸਥਾ ਦੇ ਵਿੱਚ ਟਿਕੀ ਰਹਿੰਦੀ ਹੈ, ਯਾਨੀ ਜਿਹੜਾ ਵੀ ਇਨਸਾਨ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਮਨ ਬਚਨ ਕਰਮ ਕਰਕੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਆਪੇ ਪ੍ਰਭ ਮੇਲ ਲਈ ਗੱਲ ਲਾਏ, ਉਹਨੂੰ ਪ੍ਰਭੂ ਨੇ ਆਪ ਹੀ ਪਿਆਰ ਦੇ ਨਾਲ ਆਪਣੇ ਗੱਲ ਨਾਲ ਲਾ ਲਿਆ, ਉਹਨੂੰ ਪ੍ਰਭੂ ਆਪ ਹੀ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ। ਕਿਹਨੂੰ? ਜੋ ਗੁਰੂ ਸ਼ਬਦ ਰਾਹੀਂ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ। ਇਸ ਲਈ ਜੇ ਅਸੀਂ ਰੱਬ ਨਾਲ ਮਿਲਣਾ ਚਾਹੁੰਦੇ ਹਾਂ ਨਾ, ਤਾਂ ਸਾਨੂੰ ਰੱਬ ਵਾਸਤੇ ਮਿਲਣ ਲਈ ਯਤਨ ਕਰਨ ਦੀ ਲੋੜ ਨਹੀਂ ਹੈ। ਸਾਨੂੰ ਯਤਨ ਕਰਨ ਦੀ ਲੋੜ ਹੈ ਕਿ ਅਸੀਂ ਗੁਰਬਾਣੀ ਨੂੰ ਇੰਪਲੀਮੈਂਟ ਕਰੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ, ਗੁਰਬਾਣੀ ਤੇ ਅਮਲ ਕਰੀਏ। ਤਾਂ ਜਿਹੜਾ ਇਨਸਾਨ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਯਾਨੀ ਮਨ ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਂਦਾ ਹੈ, ਰੱਬ ਨੂੰ ਆਪ ਆਪਣੇ ਨਾਲ ਮਿਲਾ ਲੈਂਦਾ। ਦੁਬਦਾ ਚੂਕੀ ਸਹਿਜ ਸੁਭਾਏ। ਦੁਬਦਾ ਦਾ ਮਤਲਬ ਦੋ ਚਿੱਤਾਪਨ, ਦੋ ਵਿਦਾ, ਦੋ ਕਿਸਮ ਦਾ, ਅੰਦਰੋਂ ਹੋਰ ਤੇ ਬਾਹਰੋਂ ਹੋਰ, ਇਹਨੂੰ ਕਹਿੰਦੇ ਨੇ ਦੋ ਵਿਦਾ। ਮੈਂ ਅੰਦਰੋਂ ਹੋਰ ਹਾਂ, ਬਾਹਰੋਂ ਹੋਰ ਹਾਂ, ਤਾਂ ਮੈਂ ਦੋ ਕਿਸਮ ਦਾ ਜੀਵਨ ਜੀ ਰਿਹਾ। ਆਪਣੇ ਬੱਚਿਆਂ ਨਾਲ ਵਿਹਾਰ ਹੋਰ ਕਰਨਾ, ਤੁਹਾਡੇ ਬੱਚਿਆਂ ਨਾਲ ਵਿਹਾਰ ਹੋਰ ਕਰਨਾ, ਮੇਰਾ ਬਿਹੇਵੀਅਰ ਦੋ ਤਰ੍ਹਾਂ ਦਾ ਹੈ। ਆਪਣੇ ਵਾਸਤੇ ਮੈਂ ਬੋਲ ਹੋਰ ਕਿਸਮ ਦੇ ਸੁਣਨਾ ਚਾਹੁੰਦਾ, ਤੁਹਾਡੇ ਵਾਸਤੇ ਮੈਂ ਬੋਲ ਹੋਰ ਕਿਸਮ ਦੇ ਬੋਲਣਾ, ਇਹ ਮੇਰਾ ਦੋ ਕਿਸਮ ਦਾ ਜੀਵਨ ਹੈ। ਔਰ ਇਸ ਦੁਬਦਾ ਨੇ ਹੀ ਸੰਸਾਰ ਨੂੰ ਹੋਇਆ। ਤਾਂ ਆਤਮਿਕ ਅਡੋਲਤਾ ਵਿੱਚ, ਪ੍ਰੇਮ ਦੇ ਵਿੱਚ ਟਿਕੇ ਰਹਿਣ ਦੇ ਕਾਰਨ ਦੋ ਚਿਤਾਪਨ ਦੂਰ ਹੋ ਜਾਂਦਾ ਹੈ। ਦੁਬਦਾ ਚੂਕੀ, ਉਹਨਾਂ ਇਨਸਾਨਾਂ ਦੀ ਦੁਬਦਾ ਖਤਮ ਹੋ ਗਈ। ਸਹਿਜ ਸੁਭਾਏ, ਸੁਭਾਏ ਦਾ ਮਤਲਬ ਸੋਹਣਾ ਪਿਆਰ, ਸਹਿਜ ਦਾ ਮਤਲਬ ਆਤਮਿਕ ਅਡੋਲਤਾ, ਕਿ ਰੱਬੀ ਗੁਣਾਂ ਦੇ ਸੋਹਣੇ ਪਿਆਰ ਵਿੱਚ ਟਿਕਿਆ, ਮਨ ਬਚਨ ਕਰਮ ਕਰਕੇ ਗੁਣਾਂ ਦੇ ਨਾਲ ਜੁੜਿਆ, ਦੁਬਦਾ ਖਤਮ ਹੋ ਜਾਂਦੀ ਹੈ। ਹੁਣ ਤੁਸੀਂ ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਹੋ ਜਾਓ, ਪ੍ਰੇਮ ਦੇ ਧਾਰਨੀ ਹੋ ਜਾਓ, ਤਾਂ ਦੁਬਦਾ ਆਟੋਮੈਟਿਕਲੀ ਮਿਟ ਜਾਏਗੀ। ਅੰਤਰ ਨਾਮ ਵਸਿਆ ਮਨ ਆਏ। ਤਾਂ ਐਸੇ ਇਨਸਾਨਾਂ ਦੇ ਅੰਦਰ ਪ੍ਰਭੂ ਦਾ ਜੋ ਹੁਕਮ ਹੈ ਉਹ ਵਸ ਜਾਂਦਾ, ਹੁਕਮ ਦਾ ਪਿਆਰ ਵਸ ਜਾਂਦਾ, ਉਹਨਾਂ ਦੇ ਅੰਦਰ ਹੁਕਮ ਦੇ ਅੰਦਰ ਚੱਲਣ ਦੀ ਲਗਨ ਲੱਗ ਜਾਂਦੀ ਹੈ। ਸੇ ਕੰਠ ਲਾਏ ਜੇ ਭੰਨ ਕਢਾਏ। ਭੰਨ ਦਾ ਮਤਲਬ ਭੰਨ ਕੇ, ਜੇ ਦਾ ਮਤਲਬ ਜਿਨ੍ਹਾਂ ਨੇ, ਕਢਾਏ ਦਾ ਮਤਲਬ ਦੁਬਾਰਾ ਕੱਢ ਲਿਆ। ਉਹਨਾਂ ਜੀਵਾਂ ਨੂੰ ਪ੍ਰਭੂ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ, ਜੋ ਆਪਣੇ ਮਨ ਦੇ ਪਹਿਲੇ ਸੁਭਾਅ ਨੂੰ ਭੰਨ ਕੇ ਦੁਬਾਰਾ ਕੱਢ ਲੈਂਦੇ ਨੇ। ਭੰਨ ਕਢਾਏ ਦਾ ਮਤਲਬ ਭੰਨ ਕੇ ਦੁਬਾਰਾ ਕੱਢ ਲੈਣਾ। ਹੁਣ ਦੇਖੋ, ਇਹ ਚੀਜ਼ ਮੇਨ ਹੈ ਸਾਡੀ ਜ਼ਿੰਦਗੀ ਵਿੱਚ। ਜੇ ਕਿਸੇ ਦੇ ਜੀਵਨ ਵਿੱਚ ਕਿਤੇ ਗਲਤੀਆਂ ਨੇ, ਈਰਖਾ, ਦਵੇਸ਼, ਵੈਰ ਵਿਰੋਧ ਹੈ, ਜਾਂ ਜ਼ਿੰਦਗੀ ਦੇ ਰਾਹ ਤੋਂ ਭਟਕਿਆ ਹੋਇਆ ਹੈ, ਮਨ ਅੰਦਰ ਨੈਗੇਟਿਵਿਟੀ ਹੈ, ਨਕਾਰਾਤਮਕ ਵਿਚਾਰ ਨੇ, ਸੁਭਾਅ ਬਣ ਗਿਆ ਹੈ ਖਰਵਾ ਬੋਲਣ ਦਾ, ਨਿੰਦਿਆ ਕਰਨ ਦਾ, ਥਾਂ ਥਾਂ ਤੇ ਲੱਤ ਅੜਾਉਣ ਦਾ, ਜੇ ਸੁਭਾਅ ਬਣ ਗਿਆ ਤਾਂ ਇਸ ਸੁਭਾਅ ਨੂੰ ਭੰਨ ਤੋੜ ਦਿਓ, ਖਤਮ ਕਰੋ, ਇਹਨੂੰ ਨਵੇਂ ਸਿਰੇ ਤੋਂ ਘੜੋ, ਆਪਣੀਆਂ ਆਦਤਾਂ ਬਣਾਓ। ਜਿਹਨੂੰ ਅਸੀਂ ਕਹਿੰਦੇ ਆ ਨਾ, ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਰੀਟ੍ਰੇਨ ਕਰਨਾ। ਰੀਟ੍ਰੇਨ ਕੀਤਾ ਜਾ ਸਕਦਾ ਹੈ, ਮਨ ਨੂੰ ਦੁਬਾਰਾ ਘੜਿਆ ਜਾ ਸਕਦਾ ਹੈ, ਆਪਣੀਆਂ ਆਦਤਾਂ ਬਦਲੀਆਂ ਜਾ ਸਕਦੀਆਂ ਨੇ, ਭੈੜੇ ਜੀਵਨ ਨੂੰ ਸੋਹਣਾ ਬਣਾਇਆ ਜਾ ਸਕਦਾ। ਜਿਵੇਂ ਆਮ ਬੰਦੇ ਨਹੀਂ, ਅਸੀਂ ਘਰ ਲਿਆ ਹੁੰਦਾ ਹੈ ਤੇ ਲੋਕ ਘਰ ਨੂੰ ਢਾ ਦਿੰਦੇ ਨੇ, ਤੇ ਜੇ ਪੁੱਛੀਏ ਕਿਉਂ, ਵੀ ਘਰ ਤੇ ਕਿਉਂ ਢਾਇਆ, ਉਹ ਕਹਿੰਦੇ ਭਾਈ ਸਾਹਿਬ ਇਹਨਾਂ ਪੁਰਾਣੇ ਡਿਜ਼ਾਈਨ ਦਾ ਬਣਿਆ ਸੀ, ਕਿਤੋਂ ਪਾਣੀ ਚੋਂਦਾ ਸੀ, ਆ ਜਿਹੜੀ ਚਿਮਨੀ ਹੈ ਰਸੋਈ ਦੀ ਠੀਕ ਨਹੀਂ ਸੀ, ਜਿਹੜੇ ਪਾਈਪ ਨੇ ਪਾਣੀ ਵਾਲੇ ਉਹ ਬੜੇ ਪਤਲੇ ਸਨ, ਟੂਟੀਆਂ 'ਚ ਪਾਣੀ ਠੀਕ ਨਹੀਂ ਸੀ ਹੁੰਦਾ। ਪਲਾਟ ਤਾਂ ਉਹ ਹੀ ਹੈ, ਪਰ ਮਕਾਨ ਤੋੜ ਕੇ ਹੁਣ ਨਵੇਂ ਡਿਜ਼ਾਈਨ ਦਾ ਮਕਾਨ ਬਣਾ ਲਿਆ ਉਹਨਾਂ ਨੇ। ਬਣ ਜਾਂਦਾ ਨਾ ਮਕਾਨ ਨਵੇਂ ਡਿਜ਼ਾਈਨ ਦਾ, ਥੋੜੀ ਮਿਹਨਤ ਤਾਂ ਲੱਗੇਗੀ, ਪਹਿਲੇ ਨੂੰ ਤੋੜੋਗੇ ਤਾਂ ਉੱਤੇ ਦੁਬਾਰਾ ਮਕਾਨ ਬਣ ਜਾਏਗਾ, ਟਾਈਮ ਲੱਗੇਗਾ। ਇਸੇ ਤਰ੍ਹਾਂ ਜਿਹੜਾ ਪਹਿਲਾ ਬਣਿਆ ਹੋਇਆ ਸੁਭਾਅ ਹੈ, ਜਿਹੜੇ ਲੋਕ ਉਸ ਪਹਿਲੇ ਹੋਏ ਬਣੇ ਹੋਏ ਸੁਭਾਅ ਨੂੰ ਭੰਨ ਕੇ ਤੋੜ ਲੈਂਦੇ ਨੇ, ਦੁਬਾਰਾ ਘੜ ਲੈਂਦੇ ਨੇ, ਉਹਨਾਂ ਇਨਸਾਨਾਂ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਲੈਂਦਾ ਹੈ। ਉਹਨਾਂ ਦੇ ਹਿਰਦੇ ਵਿੱਚ ਰੱਬੀ ਗੁਣ ਆਵਸਤੇ ਨੇ। ਨਾਨਕ ਜੋ ਧੁਰ ਮਿਲੇ
ਸੇ ਹੁਣ ਆਣ ਮਿਲਾਏ, ਧੁਰ ਦਾ ਮਤਲਬ ਪਹਿਲਾਂ ਤੋਂ, ਧੁਰ ਦਾ ਮਤਲਬ ਪਹਿਲਾਂ ਤੋਂ, ਮਿਲੇ ਦਾ ਮਤਲਬ ਜਿਹੜੇ ਮਿਲੇ ਹੋਏ ਨੇ, ਮਤਲਬ ਜਿਨ੍ਹਾਂ ਦੇ ਅੰਦਰ ਸੰਸਕਾਰ ਨੇ ਸ਼ੁਭ। ਸੇ ਹੁਣ ਆਣ ਮਿਲਾਏ, ਆਣ ਦਾ ਮਤਲਬ ਲਿਆ ਕੇ, ਹੁਣ ਦਾ ਮਤਲਬ ਪ੍ਰੈਜ਼ੈਂਟ ਵਿੱਚ, ਇਸ ਵੇਲੇ ਵੀ ਉਹਨਾਂ ਨੂੰ ਰੱਬ ਨੇ ਆਪਣੇ ਨਾਲ ਮਿਲਾ ਲਿਆ ਹੈ। ਜਿਹੜੇ ਪਹਿਲਾਂ ਤੋਂ ਹੀ ਮਿਲੇ ਨੇ ਉਹ ਹੁਣ ਵੀ ਮਿਲੇ ਹੋਏ ਨੇ, ਜਿਨ੍ਹਾਂ ਦਾ ਪੁਰਾਣਾ ਚੰਗਾ ਸੁਭਾਅ ਹੈ ਉਹਨਾਂ ਦਾ ਹੁਣ ਵੀ ਚੰਗਾ ਸੁਭਾਅ ਹੈ। ਧੁਰ ਦਾ ਮਤਲਬ ਸ਼ੁਰੂ ਤੋਂ, ਹੁਣ ਦਾ ਮਤਲਬ ਹੁਣ, ਧੁਰ ਦਾ ਮਤਲਬ ਪਿਛਲਾ ਸਮਾਂ ਜਿਹੜਾ ਬੀਤ ਗਿਆ ਹੈ। ਜਿਹੜੇ ਪਿਛਲੇ ਬੀਤੇ ਸਮੇਂ ਵਿੱਚ ਮਿਲੇ ਨੇ, ਜਿਨ੍ਹਾਂ ਦੇ ਅੰਦਰ ਸ਼ੁਭ ਸੰਸਕਾਰ ਨੇ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ, ਉਹ ਹੁਣ ਵੀ ਮਿਲੇ ਹੋਏ ਨੇ, ਉਹਨਾਂ ਨੂੰ ਰੱਬ ਨੇ ਹੁਣ ਵੀ ਆਪਣੇ ਨਾਲ ਮਿਲਾਇਆ ਹੋਇਆ ਹੈ। ਤੇ ਜਿਹੜੇ ਨਹੀਂ ਮਿਲੇ ਉਹ ਆਪਣੇ ਜੀਵਨ ਨੂੰ ਭੰਨ ਕੇ ਕੱਢ ਸਕਦੇ ਨੇ। ਮਹਿਲਾ ਤੀਜਾ, ਜਿੰਨੀ ਨਾਮ ਵਿਸਾਰਿਆ ਕਿਆ ਜਪ ਜਾਪਹਿ ਹੋਰ। ਜਿੰਨੀ ਨਾਮ, ਨਾਮ ਦਾ ਮਤਲਬ ਰੱਬ ਦਾ ਹੁਕਮ, ਜਿਨ੍ਹਾਂ ਮਨੁੱਖਾਂ ਨੇ ਰੱਬ ਦੇ ਹੁਕਮ ਨੂੰ ਤੇ ਵਿਸਾਰਿਆ ਹੋਇਆ ਹੈ, ਰੱਬ ਦੇ ਹੁਕਮ ਨੂੰ ਭੁਲਾਇਆ ਹੋਇਆ, ਹੁਕਮ ਵਿੱਚ ਨਹੀਂ ਤੁਰਦੇ, ਪਵਨ ਗੁਰੂ ਪਾਣੀ ਪਿਤਾ ਦੇ ਸਿਧਾਂਤ ਨੂੰ ਨਹੀਂ ਮੰਨਦੇ, ਸਿਸਟਮ ਨੂੰ ਨਹੀਂ ਦੇਖ ਰਹੇ, ਪਾਣੀ ਨੂੰ ਬੇਤਹਾਸ਼ਾ ਥੱਲਿਓਂ ਜ਼ਮੀਨ ਚੋਂ ਕੱਢ ਕੇ ਬਰਬਾਦ ਕਰੀ ਜਾ ਰਹੇ ਨੇ, ਹਵਾ ਵਿੱਚ ਪੋਲੂਸ਼ਨ ਫੈਲਾ ਰਹੇ ਨੇ, ਧਰਤੀ ਤੇ ਗੰਦਗੀ ਫੈਲਾ ਰਹੇ ਨੇ, ਪਰਿਵਾਰ ਦੇ ਅੰਦਰ ਇੱਕ ਦੂਜੇ ਦੇ ਉੱਤੇ ਵਿਸ਼ਵਾਸ ਦੇ ਪਾਤਰ ਬਣ ਕੇ ਨਹੀਂ ਰਹਿੰਦੇ, ਇਨਸਾਨੀਅਤ ਵਾਲੀ ਜ਼ਿੰਦਗੀ ਨਹੀਂ ਜੀਂਦੇ, ਰੱਬੀ ਹੁਕਮ ਨੂੰ ਭੁਲਾ ਦਿੱਤਾ ਹੈ, ਰੱਬੀ ਹੁਕਮ ਨੂੰ ਭੁਲਾ ਦਿੱਤਾ। ਸੌਖੇ ਸ਼ਬਦਾਂ ਵਿੱਚ ਜੇ ਮੈਂ ਕਹਾਂ ਤਾਂ ਜਿਨ੍ਹਾਂ ਨੇ ਗੁਰਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਤੇ ਛੱਡ ਦਿੱਤਾ, ਜੋ ਗੁਰਬਾਣੀ ਕਹਿੰਦੀ ਉਹੋ ਜਿਹਾ ਜੀਵਨ ਤੇ ਜੀ ਨਹੀਂ ਰਹੇ। ਕਿਆ ਜਪ ਜਾਪਹਿ ਹੋਰ, ਤਾਂ ਗੁਰੂ ਜੀ ਕਹਿੰਦੇ ਨੇ ਕਿਸੇ ਹੋਰ ਰਸ ਵਿੱਚ ਪੈ ਕੇ ਜਪ ਜਪਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ। ਕਿਆ ਜਪ ਜਾਪਹਿ ਹੋਰ, ਹੋਰ ਜਪ ਜਪਣ ਦਾ ਉਹਨਾਂ ਨੂੰ ਲਾਭ ਕੀ ਹੈ? ਜਿੰਨਾ ਮਰਜ਼ੀ ਜਪੀ ਜਾਣ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਕਰੀ ਜਾਓ, ਪਰ ਜੇ ਰੱਬੀ ਰਜਾ ਵਿੱਚ ਨਹੀਂ ਤੁਰਦੇ, ਗੁਰਬਾਣੀ ਦੇ ਹੁਕਮ ਨੂੰ ਨਹੀਂ ਮੰਨਦੇ, ਸੱਚ ਨਹੀਂ ਬੋਲਦੇ, ਦਇਆ ਨਹੀਂ ਕਰਦੇ, ਨਿਰਭੈਤਾ ਨਹੀਂ, ਨਿਰਵੈਰਤਾ ਨਹੀਂ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ, ਤਾਂ ਉਹਨਾਂ ਨੂੰ ਜਪ ਜਪਣ ਦਾ ਲਾਭ ਨਹੀਂ ਹੈ। ਹੋਰ ਰਸ ਵਿੱਚ ਪੈ ਕੇ ਕੀ ਜਪ ਜਪ ਕੇ ਕਰੋਗੇ? ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਵਿਸਾਰਿਆ ਹੈ, ਕਿਸੇ ਹੋਰ ਰਸ ਵਿੱਚ ਪੈ ਕੇ ਜਪ ਜਪਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ, ਜੀਵਨ ਵਿੱਚ ਸੁੱਖ ਪੈਦਾ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਸਿਸਟਮ ਨੂੰ, ਰੱਬੀ ਹੁਕਮ ਨੂੰ, ਰਜ਼ਾ ਨੂੰ ਫੋਲੋ ਨਹੀਂ ਕਰਦੇ। ਤੇ ਐਸੇ ਲੋਕਾਂ ਨੂੰ ਮਿਲਦਾ ਕੀ ਹੈ? ਜਿਹੜੇ ਰੱਬੀ ਰਜ਼ਾ ਨੂੰ ਤੇ ਫੋਲੋ ਨਹੀਂ ਕਰਦੇ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਨਹੀਂ ਕਰਦੇ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਨਹੀਂ, ਹੋਰ ਕਰਮ ਕਰਦੇ ਫਿਰਦੇ ਨੇ, ਤਾਂ ਬਿਸ਼ਤਾ ਅੰਦਰ ਕੀਟ ਸੇ ਮੁੱਠੇ ਧੰਦੇ ਚੋਰ। ਚੋਰ ਦਾ ਮਤਲਬ ਚੋਰ ਨੇ, ਧੰਦੇ ਦਾ ਮਤਲਬ ਜੰਜਾਲਾਂ ਨੇ, ਕੀਟ ਦਾ ਮਤਲਬ ਕੀੜੇ, ਮੁੱਠੇ ਧੰਦੇ ਚੋਰ ਦਾ ਮਤਲਬ ਧੰਦੇ ਚੋਰ ਦੀ ਰਾਹੀਂ ਉਹ ਠੱਗੇ ਗਏ ਨੇ। ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ ਰੂਪ ਚੋਰ ਨੇ ਠੱਗਿਆ ਹੋਇਆ ਹੈ, ਉਹ ਇੰਜ ਵਿਲੂ ਵਿਲੂ ਕਰਦੇ ਨੇ ਜਿਵੇਂ ਵਿਸ਼ਟਾ ਦੇ ਵਿੱਚ ਕੀੜੇ ਨੇ। ਗੰਦਗੀ ਵਿੱਚ ਕੀੜੇ ਹੋਣ ਨਾ, ਗੋਹੇ ਵਿੱਚ ਕੀੜੇ ਹੋਣ, ਗੰਦਗੀ ਵਿੱਚ ਕੀੜੇ ਵਿਲੂ ਵਿਲੂ ਕਰਦੇ ਨੇ, ਤਾਂ ਉਹ ਲੋਕ ਗੰਦਗੀ ਦੇ ਉਹਨਾਂ ਕੀੜਿਆਂ ਵਰਗੇ ਨੇ ਜੋ ਰੱਬ ਦੀ ਰਜ਼ਾ ਨੂੰ ਫੋਲੋ ਨਹੀਂ ਕਰਦੇ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਨਹੀਂ ਹਨ, ਤੇ ਹੋਰ ਜਪ ਤਪ ਕਰਦੇ ਫਿਰਦੇ ਨੇ, ਵਿਕਾਰਾਂ ਵਿੱਚ ਫਸੇ ਨੇ, ਉਹ ਗੰਦਗੀ ਦੇ ਕੀੜਿਆਂ ਤੋਂ ਵੱਧ ਕੁਛ ਨਹੀਂ ਹਨ, ਕਿਉਂਕਿ ਗੰਦਗੀ ਖਾ ਰਹੇ ਨੇ ਤੇ ਗੰਦਗੀ ਫੈਲਾ ਰਹੇ ਨੇ। ਇਸ ਲਈ ਸਾਨੂੰ ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਇਨਸਾਨੀਅਤ ਹਰ ਇਨਸਾਨ ਨੂੰ ਆਪਣੇ ਅੰਦਰ ਪੈਦਾ ਕਰਨੀ ਚਾਹੀਦੀ ਹੈ। ਜੋ ਮੂਲ ਮੰਤਰ ਅੰਦਰ ਰੱਬੀ ਗੁਣ ਦੱਸੇ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ। ਇੰਪਲੀਮੈਂਟ ਕਰਨ ਤੋਂ ਬਿਨਾਂ ਬਾਤ ਨਹੀਂ ਬਣੇਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਅਰਦਾਸ ਕਰੋ, ਇੱਕ ਮੰਗ ਮੰਗੋ, ਇੱਕ ਪ੍ਰੋਮਿਸ ਕਰੋ, ਨਾਨਕ ਨਾਮ ਨਾ ਵਿਸਰੈ, ਝੂਠੇ ਲਾਲਚ ਹੋਰ। ਹੋਰ ਲਾਲਚ ਦਾ ਮਤਲਬ ਰੱਬੀ ਰਜ਼ਾ ਤੋਂ ਬਿਨਾਂ ਜਿਹੜੇ ਹੋਰ ਲਾਲਚ ਨੇ, ਗੁਣਾ ਤੋਂ ਬਿਨਾਂ ਹੋਰ ਲਾਲਚ, ਗੁਣਾ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਵਧਾਣਾ, ਇਹ ਲਾਲਚ। ਤਾਂ ਗੁਰੂ ਜੀ ਕਹਿੰਦੇ ਨੇ ਇਹ ਅਰਦਾਸ ਕਰਕੇ ਪ੍ਰਭੂ ਦਾ ਨਾਮ ਯਾਨੀ ਰੱਬ ਦਾ ਹੁਕਮ, ਰੱਬ ਦੀ ਸਿਫਤ ਸਲਾਹ ਮੈਨੂੰ ਨਾ ਭੁੱਲੇ। ਹੋਰ ਬਾਕੀ ਲਾਲਚ ਵਿਅਰਥ ਨੇ। ਸੱਚ ਨੂੰ ਛੱਡ ਕੇ, ਰੱਬੀ ਗੁਣਾ ਨੂੰ ਛੱਡ ਕੇ ਜੇ ਹੋਰ ਦਾਤਾਂ ਮਿਲ ਵੀ ਜਾਣ ਤੇ ਵਿਅਰਥ ਨੇ, ਇਨਸਾਨੀਅਤ ਖਤਮ ਹੋ ਜਾਏਗੀ ਨਾ। ਇਸ ਲਈ
ਗੁਰੂ ਜੀ ਕਹਿੰਦੇ ਨੇ ਪ੍ਰੋਮਿਸ ਕਰੋ, ਅਰਦਾਸ ਕਰੋ, ਆਪਣਾ ਗੋਲ ਬਣਾਓ, ਰੱਬ ਦੇ ਚਰਨਾਂ 'ਚ ਮੰਗੋ ਕਿ ਹੇ ਰੱਬਾ ਰਹਿਮਤ ਕਰ, ਅਸੀਂ ਤੇਰੇ ਗੁਣਾਂ ਦੇ ਧਾਰਨੀ ਹੋਈਏ, ਸਾਨੂੰ ਤੇਰੀ ਰਜ਼ਾ ਦੇ ਵਿੱਚ ਜੀਵਨ ਜੀਣ ਦਾ ਬਲ ਸਾਨੂੰ ਬਖਸ਼, ਕਿਉਂਕਿ ਬਾਕੀ ਸਾਰੇ ਲਾਲਚ ਝੂਠੇ ਨੇ, ਬਾਕੀ ਲਾਲਚਾਂ ਵਿੱਚ ਦੁੱਖ ਅਸ਼ਾਂਤੀ ਹੈ। ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਔਰ ਜਿਹੜੇ ਪ੍ਰਭੂ ਦੇ ਹੁਕਮ ਨੂੰ ਆਪਣੇ ਮਨ ਦੇ ਅੰਦਰ ਵਸਾਉਂਦੇ ਨੇ, ਅਸਥਿਰ ਜਗ ਸੋਈ ਦਾ ਮਤਲਬ ਉਹੀ ਇਸ ਸੰਸਾਰ ਤੇ ਸਥਿਰ ਨੇ, ਉਹ ਆਤਮਿਕ ਜੀਵਨ ਵਾਲੇ ਨੇ, ਉਹ ਆਤਮਿਕ ਮੌਤੇ ਨਹੀਂ ਮਰਦੇ। ਜਿਹੜੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਗੁਣਾਂ ਦੇ ਧਾਰਨੀ ਨੇ। ਨਾਮ ਮਨ ਦਾ ਮਤਲਬ ਜਿਨ੍ਹਾਂ ਨੇ ਰੱਬ ਦੇ ਹੁਕਮ ਨੂੰ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ, ਉਹ ਸੱਚੇ ਸੁੱਚੇ ਆਤਮਿਕ ਜੀਵਨ ਵਾਲੇ ਨੇ। ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਹਿਰਦੇ ਦੇ ਅੰਦਰ ਸਿਰਫ ਇੱਕ ਰੱਬ ਨੂੰ, ਰੱਬੀ ਗੁਣਾਂ ਨੂੰ ਯਾਦ ਕਰਦਾ ਹੈ। ਰੱਬੀ ਗੁਣਾਂ ਤੋਂ ਬਿਨਾ ਦੂਜਾ ਹੋਰ ਕੋਈ ਉਹਦੇ ਮਨ ਵਿੱਚ ਨਹੀਂ ਹੈ, ਉਹਦੀ ਸੋਚ ਵਿੱਚ ਵੀ ਨਹੀਂ ਕੋਈ ਦੂਜਾ ਔਗਣ, ਕੋਈ ਪਾਪ, ਕੋਈ ਵਿਕਾਰ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ। ਰੋਮ ਰੋਮ ਲੂੰ ਲੂੰ ਕਰਕੇ, ਹਰੇਕ ਰੋਮ ਦੀ ਰਾਹੀਂ, ਯਾਨੀ ਪੂਰਨ ਤੌਰ ਤੇ ਤਨੋ ਮਨੋ। ਰੋਮ ਰੋਮ ਦਾ ਮਤਲਬ ਹੁੰਦਾ ਹੈ ਤਨੋ ਮਨੋ। ਰੋਮ ਰੋਮ ਹਰ ਉਚਰੈ, ਜਿਹੜਾ ਮਨੁੱਖ ਤਨੋ ਮਨੋ ਰੱਬੀ ਗੁਣਾਂ ਦਾ ਉਚਾਰਨ ਕਰਦਾ ਹੈ, ਰੱਬੀ ਗੁਣਾਂ ਨੂੰ ਫੋਲੋ ਕਰਦਾ ਹੈ, ਖਿਨ ਖਿਨ ਹਰ ਸੋਈ, ਤੇ ਹਰ ਪਲ ਜਿਹੜਾ ਪ੍ਰਭੂ ਨੂੰ ਯਾਦ ਰੱਖਦਾ ਹੈ। ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲਣ ਵਾਲੇ, ਸਖਾਰਥਾ ਦਾ ਮਤਲਬ ਕਾਮਯਾਬ, ਨਿਰਮਲ ਦਾ ਮਤਲਬ ਪਵਿੱਤਰ। ਉਹਦੀ ਜ਼ਿੰਦਗੀ ਕਾਮਯਾਬ ਹੈ, ਉਹਦਾ ਜੀਵਨ ਸਫਲਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਤੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਇਨਸਾਨ ਨੇ ਆਪਣੀ ਜ਼ਿੰਦਗੀ ਚੋਂ ਮੈਲ ਨੂੰ ਖਤਮ ਕਰ ਲਿਆ ਹੈ। ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ। ਜੀਵਦਾ ਦਾ ਮਤਲਬ ਜਿਉਂਦਾ, ਸਦਾ ਕਾਇਮ ਰਹਿਣ ਵਾਲਾ। ਪੁਰਖ ਦਾ ਮਤਲਬ ਰਮਿਆ ਹੋਇਆ। ਹੇ ਨਾਨਕ, ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਸਰਬ ਵਿਆਪਕ ਪ੍ਰਭੂ ਨੂੰ ਆਪਣੇ ਧਿਆਨ ਵਿੱਚ ਵਸਾਉਂਦਾ ਹੈ, ਅਮਰਾ ਪਦ ਹੋਈ ਦਾ ਮਤਲਬ ਅਟਲ ਆਤਮਿਕ ਜੀਵਨ ਦੇਣ ਵਾਲਾ ਦਰਜਾ ਉਹਨੂੰ ਮਿਲ ਜਾਂਦਾ ਹੈ। ਉਹ ਮਨੁੱਖ ਆਤਮਿਕ ਤੌਰ ਤੇ ਉੱਚਾ ਔਰ ਮਹਾਨ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚ ਕਦੇ ਆਤਮਿਕ ਮੌਤ ਨਹੀਂ ਆਉਂਦੀ, ਉਹ ਰੱਬ ਦੇ ਨਾਲ ਮਿਲ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ ਔਰ ਐਸੀ ਸਟੇਜ ਤੇ ਪਹੁੰਚ ਜਾਂਦਾ ਹੈ ਜਿੱਥੇ ਮਾਇਆ ਦਾ ਔਰ ਵਿਕਾਰਾਂ ਦਾ ਕੋਈ ਹੱਲਾ ਉਹਨੂੰ ਡੁਲਾ ਨਹੀਂ ਸਕਦਾ। ਉਹ ਅਮਰ ਯਾਨੀ ਸਥਿਰ, ਬੇਸ਼ੱਕ ਉਹਨੂੰ ਆਰਿਆਂ ਦੇ ਨਾਲ ਚੀਰ ਲਓ, ਉਹ ਡੋਲਦਾ ਨਹੀਂ। ਉਹਨੂੰ ਰਾਜ ਭਾਗ ਦੇ ਜਿੰਨੇ ਮਰਜ਼ੀ ਲਾਲਚ ਦੇ ਦਿਓ, ਫਿਰ ਉਹ ਡੋਲਦਾ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਜਿਨ੍ਹਾਂ ਨੇ ਸਰਬ ਵਿਆਪਕ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਧਿਆਨ ਦਾ ਕੇਂਦਰ ਬਣਾਇਆ ਹੈ, ਉਹਨਾਂ ਨੇ ਉੱਚਾ ਆਤਮਿਕ ਦਰਜਾ, ਆਤਮਿਕ ਜੀਵਨ ਹਾਸਲ ਕਰ ਲਿਆ ਹੈ। ਤਾਂ ਅਸੀਂ ਵੀ ਐਸੀ ਜ਼ਿੰਦਗੀ ਜੀ ਸਕਦੇ ਹਾਂ। ਹਰ ਇਨਸਾਨ ਦੇ ਅੰਦਰ ਐਸੀ ਜ਼ਿੰਦਗੀ ਜੀਣ ਦੀ ਪੋਸੀਬਿਲਿਟੀ ਹੈ। ਲੋੜ ਸਿਰਫ ਇਸ ਚੀਜ਼ ਦੀ ਹੈ ਕਿ ਗੁਰੂ ਦੀ ਪਾਵਨ ਬਾਣੀ ਆਪ ਪੜੋ, ਗੁਰਬਾਣੀ ਨੂੰ ਵਿਚਾਰੋ ਔਰ ਗੁਰਬਾਣੀ ਤੇ ਅਮਲ ਕਰੋ, ਤਾਂ ਐਸੀ ਜ਼ਿੰਦਗੀ ਹਰ ਇਨਸਾਨ ਨੂੰ ਮਿਲ ਸਕਦੀ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਅਨਮਿਊਟ ਹੋ ਕੇ ਸਵਾਲ ਪੁੱਛ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਆਪਣੇ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।